ਲਿਓ ਟੋਲਸਟਾਏ ਦਾ ਨਾਵਲ ਅਗਨ ਗੀਤ ਇੰਦਰ ਸਿੰਘ ਖਾਮੋਸ਼ ਦੁਆਰਾ ਅਨੁਵਾਦਿਤ ਹੈ। ਪਹਿਲਾ ਅੰਕ। ਬਸੰਤ ਰੁੱਤ ਦੇ ਮੁੱਢਲੇ ਦਿਨਾਂ ਦੀ ਗੱਲ ਹੈ। ਅਸੀਂ ਲਗਭਗ 2 ਦਿਨ ਤੋਂ ਸਫ਼ਰ ਕਰ ਰਹੇ ਸੀ। ਨੇੜੇ ਜਾਣ ਵਾਲੇ ਮੁਸਾਫਿਰ ਰੇਲ ਗੱਡੀ 'ਚ ਚੜ੍ਹਦੇ ਉਤਰਦੇ ਰਹੇ, ਪਰ ਮੇਰੇ ਵਾਂਗ 3 ਮੁਸਾਫਿਰ ਹੋਰ ਪਹਿਲੇ ਸਟੇਸ਼ਨ ਤੋਂ ਗੱਡੀ 'ਚ ਬੈਠੇ ਆ ਰਹੇ ਸਨ। ਉਹਨਾਂ 'ਚ ਇੱਕ ਸਿਗਰਟਾਂ ਪੀਣ ਵਾਲੀ ਇਸਤਰੀ ਸੀ ਜਿਹਨੇ ਮਰਦਾਵਾਂ ਕੋਟ ਪਾ ਰੱਖਿਆ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ, ਉਂਝ ਦੇਖਣੀ ਭਾਖਣੀ ਵੀ ਉਹ ਸੋਹਣੀ ਨਹੀਂ ਸੀ। ਦੂਜਾ ਮੁਸਾਫਰ ਵੀ ਉਹਦਾ ਕੋਈ ਵਾਕਫਦਾਰ ਸੀ ਜਿਹਦਾ ਸਮਾਨ ਬਹੁਤ ਸਾਫ਼ ਸੁਥਰਾ ਸੀ। ਉਹਦੀ ਉਮਰ ਕੋਈ 40 ਦੇ ਕਰੀਬ ਹੋਏਗੀ ਤੇ ਉਹ ਗੱਲਾਂ ਬਹੁਤ ਕਰਦਾ ਸੀ। ਤੇ ਤੀਜਾ ਮੁਸਾਫਰ ਸੀ ਕੁਲੀਨ ਵਰਗ ਦਾ ਇੱਕ ਭੱਦਰ ਪੁਰਸ਼ ਜਿਹੜਾ ਬਿਲਕੁਲ ਨਿਵੇਕਲਾ ਤੇ ਚੁੱਪਚਾਪ ਬੈਠਾ ਸੀ। ਦਰਮਿਆਨੇ ਕੱਦ ਦਾ ਉਹ ਭੱਦਰ ਪੁਰਸ਼ ਬੜੀਆਂ ਅਜੀਬ ਹਰਕਤਾਂ ਕਰ ਰਿਹਾ ਸੀ। ਦੇਖਣ ਨੂੰ ਉਹਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਜਾਪਦੀ, ਪਰ ਉਹਦੇ ਘੁੰਘਰਾਲੇ ਵਾਲ ਉਮਰ ਨਾਲੋਂ ਕੁਝ ਪਹਿਲਾਂ ਹੀ ਚਿੱਟੇ ਹੋ ਗਏ ਜਾਪਦੇ ਸਨ। ਅਸਾਧਾਰਨ ਚਮਕ ਵਾਲੀਆਂ ਉਹਦੀਆਂ ਮੋਟੀਆਂ ਅੱਖਾਂ ਕਿਸੇ ਵੀ ਚੀਜ਼ ਉੱਤੇ ਟਿਕਦੀਆਂ ਨਹੀਂ ਸਨ। ਸਿਰ ਉੱਪਰ ਉਹਨੇ ਬੜੀ ਕੀਮਤੀ ਟੋਪੀ ਰੱਖੀ ਹੋਈ ਸੀ। ਉਹਦਾ ਕੋਟ ਵੀ ਕਿਸੇ ਮਹਿੰਗੇ ਦਰਜੀ ਦਾ ਸੀਤਾ ਹੋਇਆ ਸੀ, ਜਿਹਦੇ ਕਾਲਰਾਂ ਉੱਪਰ ਖਾਸ ਕਿਸਮ ਦੀ ਕਢਾਈ ਕੀਤੀ ਹੋਈ ਸੀ। ਉਹਨੇ ਜਦ ਕੋਟ ਦੇ ਬਟਨ ਖੋਲ੍ਹੇ ਤਾਂ ਹੇਠੋਂ ਰੂਸੀ ਜਾਕੇਟ ਤੇ ਖਾਸ ਕਿਸਮ ਦਾ ਕਮੀਜ਼ ਨਜ਼ਰ ਆਏ, ਜਿਨ੍ਹਾਂ ਦੇ ਕਾਲਰਾਂ ਉੱਪਰ ਜਰੀ ਦੀ ਕਢਾਈ ਕੀਤੀ ਸੀ। ਉਸ ਕੁਲੀਨ ਵਰਗੀ ਮੁਸਾਫਰ ਦੀ ਵਿਲੱਖਣਤਾ ਇਹ ਸੀ ਕਿ ਥੋੜੇ ਸਮੇਂ ਪਿੱਛੋਂ ਇੱਕ ਅਜੀਬ ਜਿਹੀ ਆਵਾਜ਼ ਕੱਢਦਾ ਸੀ, ਜਿਹੜੀ ਕੁਝ ਖੰਗੂਰੇ ਵਰਗੀ ਹੁੰਦੀ, ਕੁਝ ਕੁ ਹੌਕੇ ਵਰਗੀ ਤੇ ਕੁਝ ਕੁ ਅਜਿਹੇ ਦੱਬਵੇਂ ਹਾਸੇ ਵਰਗੀ ਹੁੰਦੀ, ਜਿਸ ਨਾਲ ਸਾਹ ਇੱਕਦਮ ਬੰਦ ਹੋ ਜਾਂਦਾ। ਹੁਣ ਤੱਕ ਦੇ ਸਾਰੇ ਸਫ਼ਰ 'ਚ ਉਹ ਆਦਮੀ ਜਾਣ ਬੁੱਝ ਕੇ ਕਿਸੇ ਹੋਰ ਨਾਲ ਗੱਲ ਕਰਨ ਤੋਂ ਕੰਨੀ ਕਤਰਾਉਂਦਾ ਰਿਹਾ ਸੀ, ਤੇ ਜਦ ਉਹਨੂੰ ਕੋਈ ਗੱਲ ਪੁੱਛੀ ਜਾਂਦੀ ਤਾਂ ਅੱਗੋਂ ਬੜਾ ਹੀ ਰੁੱਖਾ ਤੇ ਟਕੇ ਵਰਗਾ ਉੱਤਰ ਦੇ ਕੇ ਚੁੱਪ ਕਰ ਜਾਂਦਾ। ਕਿਸੇ ਅੰਦਰਲੀ ਬੇਚੈਨੀ ਕਾਰਨ ਕਦੇ ਉਹ ਕੋਈ ਕਿਤਾਬ ਰਿਸਾਲਾ ਖੋਲ੍ਹ ਕੇ ਪੜ੍ਹਨ ਲੱਗਦਾ, ਕਦੇ ਖਿੜਕੀ 'ਚੋਂ ਬਾਹਰ ਦੇਖਣ ਲੱਗ ਪੈਂਦਾ, ਕਦੇ ਸਿਗਰਟ ਪੀਂਦਾ, ਕਦੇ ਚਾਹ, ਕਦੇ ਆਪਣੇ ਪੁਰਾਣੇ ਥੈਲੇ ਵਿੱਚੋਂ ਕੁਝ ਖਾਣ ਲਈ ਲੱਭਣ ਵਾਸਤੇ ਉਹਦੀ ਫਰੋਲਾ ਫਰਾਲੀ ਕਰੀ ਜਾਂਦਾ। ਮੈਨੂੰ ਉਹਦੀ ਹਾਲਤ 'ਤੇ ਤਰਸ ਆ ਰਿਹਾ ਸੀ। ਉਹ ਵਿਚਾਰਾ ਆਪਣੀ ਇਕੱਲਤਾ ਤੋਂ ਦੁਖੀ ਸੀ। ਅਸੀਂ ਇੱਕ ਦੂਜੇ ਦੇ ਆਮੋ ਸਾਹਮਣੇ ਬੈਠੇ ਸਾਂ। ਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਦ ਵੀ ਸਾਡੀਆਂ ਅੱਖਾਂ ਮਿਲਦੀਆਂ ਉਹ ਆਪਣਾ ਮੂੰਹ ਪਾਸੇ ਕਰ ਲੈਂਦਾ ਜਾਂ ਖਿੜਕੀ 'ਚੋਂ ਬਾਹਰ ਦੇਖਣ ਲੱਗ ਜਾਂਦਾ। ਅਗਲੇ ਦਿਨ ਗੱਡੀ ਇੱਕ ਵੱਡੇ ਸਟੇਸ਼ਨ 'ਤੇ ਪਹੁੰਚੀ, ਜਿੱਥੇ ਉਹਨੇ ਕਾਫੀ ਦੇਰ ਰੁਕਣਾ ਸੀ। ਉਹ ਆਪਣੇ ਲਈ ਚਾਹ ਬਣਾਉਣ ਵਾਸਤੇ ਗਰਮ ਪਾਣੀ ਲੈਣ ਲਈ ਗੱਡੀ 'ਚ ਉਤਰਿਆ। ਸਾਫ਼ ਸੁਥਰੇ ਸਮਾਨ ਵਾਲਾ ਆਦਮੀ, ਪਿੱਛੋਂ ਪਤਾ ਲੱਗਾ ਕਿ ਉਹ ਵਕੀਲ ਸੀ, ਤੇ ਉਹਦੀ ਮਿੱਤਰ ਸਿਗਰਟਾਂ ਪੀਣ ਦੀ ਸ਼ੌਕੀਨ ਮਰਦਾਵੀ ਕੋਟ ਵਾਲੀ ਇਸਤਰੀ ਵੀ ਉਤਰ ਕੇ ਸਟੇਸ਼ਨ ਦੇ ਰੈਸਟੋਰੈਂਟ 'ਚ ਚਾਹ ਪੀਣ ਲਈ ਚਲੇ ਗਏ। ਗੱਡੀ 'ਚ ਕਈ ਮੁਸਾਫਰ ਹੋਰ ਚੜ੍ਹੇ। ਉਹਨਾਂ 'ਚ ਇੱਕ ਲੰਮੇ ਕੱਦ ਦਾ ਬੁੱਢਾ ਸੀ। ਉਹਦਾ ਮੂੰਹ ਝੁਰੜੀਆਂ ਨਾਲ ਭਰਿਆ ਸੀ, ਪਰ ਉਹਨੇ ਆਪਣੀ ਹਜਾਮਤ ਇਸ ਢੰਗ ਨਾਲ ਕਰਵਾਈ ਸੀ ਕਿ ਦੇਖਣ ਨੂੰ ਇੱਕ ਵਪਾਰੀ ਜਾਪਦਾ ਸੀ। ਉਹਦੇ ਕੋਟ ਉੱਪਰ ਕੀਮਤੀ ਪਸ਼ਮ ਲੱਗੀ ਹੋਈ ਸੀ। ਸਿਰ ਉੱਪਰ ਉਹਨੇ ਵੱਡੇ ਛੱਜੇ ਵਾਲੀ ਟੋਪੀ ਰੱਖੀ ਸੀ, ਤੇ ਉਹ ਉਸ ਥਾਂ ਦੇ ਸਾਹਮਣੇ ਵਾਲੀ ਸੀਟ 'ਤੇ ਬੈਠ ਗਿਆ ਜਿੱਥੇ ਇਸਤਰੀ ਤੇ ਵਕੀਲ ਬੈਠੇ ਸਨ। ਉਹਦੇ ਨਾਲ ਹੀ ਇੱਕ ਨੌਜਵਾਨ ਗੱਡੀ ਚੜ੍ਹਿਆ ਸੀ। ਦੇਖਣ ਨੂੰ ਇੱਕ ਦੁਕਾਨ ਸਹਾਇਕ ਜਾਪਦਾ ਸੀ। ਵਪਾਰੀ ਬੈਠਣ ਸਾਰ ਉਸ ਨੌਜਵਾਨ ਨਾਲ ਗੱਲੀਂ ਜੁੱਟ ਗਿਆ। ਮੈਂ ਥੋੜ੍ਹਾ ਜਿਹਾ ਹਟਵਾਂ ਦੂਜੇ ਪਾਸੇ ਬੈਠਾ ਸਾਂ। ਗੱਡੀ ਖੜੀ ਸੀ। ਜਦ ਲੋਕ ਇੱਧਰ ਉੱਧਰ ਨਾ ਲੰਘ ਰਹੇ ਹੁੰਦੇ, ਉਹਨਾਂ ਦੀਆਂ ਗੱਲਾਂ ਮੇਰੇ ਕੰਨੀ ਪੈ ਜਾਂਦੀਆਂ। ਵਪਾਰੀ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਹ ਆਪਣੇ ਫਾਰਮ ਹਾਊਸ ਜਾ ਰਿਹਾ ਸੀ। ਉਹਨੇ ਅਗਲੇ ਸਟੇਸ਼ਨ 'ਤੇ ਉਤਰਨਾ ਸੀ, ਤੇ ਉਹ ਵਪਾਰ ਦੇ ਕੀਮਤਾਂ ਬਾਰੇ ਗੱਲਾਂ ਕਰ ਰਹੇ ਸਨ। ਮਾਸਕੋ ਮੰਡੀ ਦੇ ਭਾਅ 'ਤੇ ਗੱਲ ਚਲਦੀ ਨਿਜ਼ਨੀ ਨੋਵੋਗਰਾਡ ਦੇ ਮੇਲੇ 'ਤੇ ਅੱਪੜ ਗਈ। ਦੁਕਾਨ ਸਹਾਇਕ ਮੇਲਾ ਵੇਖਣ ਆਏ ਕੁਝ ਉਹਨਾਂ ਅਮੀਰ ਵਪਾਰੀਆਂ ਦੀਆਂ ਬਦਕਾਰੀਆਂ ਬਾਰੇ ਗੱਲਾਂ ਕਰਨ ਲੱਗ ਪਿਆ, ਜਿਨ੍ਹਾਂ ਨੂੰ ਉਹ ਦੋਵੇਂ ਜਾਣਦੇ ਸਨ। ਉਹਦੀ ਗੱਲ ਨੂੰ ਵਿਚਕਾਰੋਂ ਟੋਕ ਕੇ ਝੁਰੜੀਆਂ ਵਾਲਾ ਬੁੱਢਾ ਵਪਾਰੀ ਕੋਨਾਵੀਨੋ ਮੇਲੇ 'ਚ ਹੋਈਆਂ ਉਹਨਾਂ ਬਦਕਾਰੀਆਂ ਬਾਰੇ ਦੱਸਣ ਲੱਗ ਪਿਆ, ਜਿਨ੍ਹਾਂ 'ਚ ਉਹਨੇ ਖੁਦ ਵੀ ਹਿੱਸਾ ਲਿਆ ਸੀ। ਉਹਨਾਂ ਬਦਕਾਰੀਆਂ ਦਾ ਜ਼ਿਕਰ ਕਰਕੇ ਉਹ ਫਖਰ ਮਹਿਸੂਸ ਕਰ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਸ਼ਰਾਬ ਪੀ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨੇ ਕੀ ਕੁਝ ਕੀਤਾ। ਉਹਦੇ ਚਿਹਰੇ 'ਤੇ ਖੁਸ਼ੀ ਡੁੱਲ ਪੈਂਦੀ ਸੀ। ਕੋਈ ਬਹੁਤ ਹੀ ਗੰਦੀ ਗੱਲ ਉਹਨੇ ਦੁਕਾਨ ਸਹਾਇਕ ਦੇ ਕੰਨ 'ਚ ਦੱਸੀ, ਜਿਹਨੂੰ ਸੁਣ ਕੇ ਉਹ ਇੰਨੇ ਜ਼ੋਰ ਨਾਲ ਹੱਸਿਆ ਕਿ ਸਾਰਾ ਡੱਬਾ ਗੂੰਜ ਉੱਠਿਆ। ਬੁੱਢੇ ਨੂੰ ਵੀ ਇੰਨਾ ਹਾਸਾ ਆਇਆ ਕਿ ਉਹਦੇ 2 ਲੰਮੇ ਪੀਲੇ ਦੰਦ ਬਾਹਰ ਡਿੱਗਣ ਵਾਲੇ ਹੋ ਗਏ। ਅਜਿਹੀ ਸੁਆਦਲੀ ਗੱਲ ਨਾ ਸੁਣਨ ਦਾ ਮੈਨੂੰ ਬੜਾ ਅਫਸੋਸ ਹੋਇਆ। ਨਿਰਾਸ਼ ਜਿਹਾ ਹੋ ਕੇ ਮੈਂ ਵੀ ਗੱਡੀ ਦੇ ਤੁਰੰਤ ਤੱਕ ਸਟੇਸ਼ਨ ਉੱਪਰ ਸੈਰ ਕਰਨ ਲਈ ਉੱਠਿਆ। ਡੱਬੇ ਦੇ ਬੂਹੇ ਕੋਲ ਜਾਣ ਤੋਂ ਪਹਿਲਾਂ ਹੀ ਉਹ ਵਕੀਲ ਤੇ ਮਰਦਾਵੇਂ ਕੋਟ ਵਾਲੀ ਇਸਤਰੀ ਮਿਲ ਪਏ। ਉਹ ਬਹੁਤ ਹੀ ਗਰਮਾ ਗਰਮ ਬਹਿਸ ਕਰਦੇ ਆ ਰਹੇ ਸਨ।
ਮਿਲਾਪੜੇ ਸੁਭਾਅ ਵਾਲੇ ਵਕੀਲ ਨੇ ਮੈਨੂੰ ਬਾਹਰ ਵੱਲ ਜਾਂਦਾ ਵੇਖ ਕੇ ਆਖਿਆ, ਸੈਰ ਕਰਨ ਲਈ ਕੋਈ ਸਮਾਂ ਨਹੀਂ, ਦੂਜੀ ਘੰਟੀ ਕਿਸੇ ਵੇਲੇ ਵੀ ਵੱਜ ਸਕਦੀ ਹੈ। ਉਹੀ ਗੱਲ ਹੋਈ। ਮੈਂ ਅਜੇ ਮਸਾਂ ਗੱਡੀ ਦੇ ਅਖੀਰਲੇ ਡੱਬੇ ਕੋਲ ਹੀ ਅਪੜਿਆ ਸੀ ਕਿ ਘੰਟੀ ਵੱਜ ਗਈ। ਮੇਰੇ ਵਾਪਸ ਮੁੜਨ ਤੱਕ ਵਕੀਲ ਤੇ ਇਸਤਰੀ ਪਹਿਲਾਂ ਵਾਲੀ ਗਰਮਜੋਸ਼ੀ ਨਾਲ ਗੱਲੀਂ ਜੁੱਟੇ ਹੋਏ ਸਨ। ਬੁੱਢਾ ਆਦਮੀ ਉਹਨਾਂ ਦੇ ਸਾਹਮਣੇ ਵਾਲੀ ਸੀਟ ਤੇ ਬੈਠਾ ਚੁੱਪਚਾਪ ਇੱਕ ਟੱਕ ਉਹਨਾਂ ਵੱਲ ਵੇਖੀ ਜਾ ਰਿਹਾ ਸੀ। ਉਹ ਬਾਰ-ਬਾਰ ਆਪਣੀ ਬਾਹਰ ਵੱਲ ਨਿਕਲੇ ਦੰਦਾਂ ਉੱਤੇ ਇਉਂ ਜੀਭ ਫੇਰ ਰਿਹਾ ਸੀ ਜਿਵੇਂ ਉਹਨਾਂ ਦੀਆਂ ਗੱਲਾਂ ਉਹਨੂੰ ਚੰਗੀਆਂ ਨਾ ਲੱਗਦੀਆਂ ਹੋਣ। ਜਦ ਮੈਂ ਉਹਨਾਂ ਕੋਲ ਦੀ ਲੰਘਿਆ ਤਾਂ ਵਕੀਲ ਆਖ ਰਿਹਾ ਸੀ, ਉਹਨੇ ਆਪਦੇ ਪਤੀ ਨੂੰ ਸਾਫ਼-ਸਾਫ਼ ਆਖ ਦਿੱਤਾ, ਮੈਂ ਨਹੀਂ ਤੇਰੇ ਵੱਸਦੀ ਤੇ ਨਾ ਹੀ ਵੱਸਾਂਗੀ, ਕਿਉਂਕਿ ਬਾਕੀ ਗੱਲ ਰੌਲੇ ਗੋਲੇ 'ਚ ਹੀ ਗੁਆਚ ਗਈ। ਮੇਰੇ ਪਿੱਛੇ ਕਈ ਮੁਸਾਫਰ ਹੋਰ ਆ ਰਹੇ ਸਨ। ਉਹਨਾਂ ਦੇ ਪਿੱਛੇ ਚੈਕਰ ਵੀ ਆ ਰਿਹਾ ਸੀ। ਇੱਕ ਮਿਸਤਰੀ ਭੱਜ ਕੇ ਗੱਡੀ ਚੜ੍ਹਿਆ। ਕੁਝ ਸਮੇਂ ਲਈ ਇੰਨਾ ਰੌਲਾ ਪਿਆ ਕਿ ਮੈਨੂੰ ਵਕੀਲ ਦੀ ਕੋਈ ਵੀ ਗੱਲ ਸੁਣਾਈ ਨਹੀਂ ਦਿੱਤੀ। ਸਾਰੇ ਮੁਸਾਫਰ ਆਪਣੀਆਂ ਸੀਟਾਂ ਮੱਲ ਕੇ ਬੈਠ ਗਏ। ਡੱਬੇ 'ਚ ਸ਼ਾਂਤੀ ਹੋਣ ਪਿੱਛੋਂ ਵਕੀਲ ਦੀ ਗੱਲ ਫੇਰ ਮੇਰੇ ਕੰਨਾਂ ਤੱਕ ਪਹੁੰਚਣ ਲੱਗ ਪਈ। ਪਰ ਪਤੀ ਨੂੰ ਛੱਡ ਕੇ ਜਾਣ ਵਾਲੀ ਤੀਵੀਂ ਦੀ ਗੱਲ ਉਹ ਖਤਮ ਕਰ ਚੁੱਕਿਆ ਸੀ। ਹੁਣ ਗੱਲਬਾਤ ਅੱਜ ਦੇ ਹਾਲਾਤ ਬਾਰੇ ਚੱਲ ਰਹੀ ਸੀ। ਉਹ ਦੱਸ ਰਿਹਾ ਸੀ ਕਿ ਯੂਰਪ ਦੇ ਲੋਕਾਂ ਵਾਸਤੇ ਤਲਾਕ ਇੱਕ ਮਸਲਾ ਬਣਿਆ ਹੋਇਆ ਸੀ ਤੇ ਯੂਰਪ ਵਿੱਚ ਵੀ ਦਿਨੋਂ ਦਿਨ ਤਲਾਕਾਂ ਦੀ ਗਿਣਤੀ ਵੱਧ ਰਹੀ ਹੈ। ਭਾਸ਼ਣ ਦੇਣ ਵਾਲਿਆਂ ਵਾਂਗ ਕੁਝ ਚਿਰ ਬੋਲਣ ਪਿੱਛੋਂ ਉਹਨੇ ਮਹਿਸੂਸ ਕੀਤਾ ਕਿ ਉਹ ਇਕੱਲਾ ਹੀ ਬੋਲੀ ਜਾ ਰਿਹਾ ਸੀ। ਹੋਰ ਮੁਸਾਫਰਾਂ ਨੂੰ ਆਪਣੇ ਨਾਲ ਇਸ ਮਸਲੇ ਬਾਰੇ ਬਹਿਸ 'ਚ ਸ਼ਾਮਲ ਕਰਨ ਦੇ ਇਰਾਦੇ ਨਾਲ ਉਹਨੇ ਬੁੱਲ੍ਹਾਂ ਉੱਤੇ ਪਿਆਰੀ ਜਿਹੀ ਮੁਸਕਾਨ ਲਿਆ ਕੇ ਬੁੱਢੇ ਵਪਾਰੀ ਨੂੰ ਪੁੱਛਿਆ, ਕਿਉਂ ਬਜ਼ੁਰਗੋ, ਤੁਹਾਡੇ ਜ਼ਮਾਨੇ ਵਿੱਚ ਤਾਂ ਇੰਜ ਨਹੀਂ ਸੀ ਹੁੰਦਾ ਹੋਣਾ। ਬੁੱਢੇ ਨੇ ਬੋਲਣ ਲਈ ਅਜੇ ਮਸਾਂ ਬੋਲੀ ਫਰਕਾਈ ਸੀ ਕਿ ਗੱਡੀ ਤੁਰ ਪਈ। ਆਪਣੀ ਆਦਤ ਅਨੁਸਾਰ ਕੋਈ ਰਸਮ ਜੀ ਪੂਰੀ ਕਰਨ ਲਈ ਉਹਨੇ ਆਪਣੀ ਟੋਪੀ ਉਤਾਰੀ, ਸਰੀਰ ਉੱਪਰ ਸਲੀਬ ਦਾ ਨਿਸ਼ਾਨ ਬਣਾਇਆ ਤੇ ਪ੍ਰਾਰਥਨਾ ਕਰਨ ਲਈ ਨੀਵੀਂ ਪਾ ਕੇ ਬੈਠ ਗਿਆ। ਸ਼ਿਸ਼ਟਾਚਾਰ ਦੇ ਨਾਤੇ ਵਕੀਲ ਨੇ ਆਪਣਾ ਮੂੰਹ ਦੂਜੇ ਪਾਸੇ ਫੇਰ ਲਿਆ ਤੇ ਉਹਦੀ ਰਸਮ ਪੂਰੀ ਹੋਣ ਦੀ ਉਡੀਕ ਕਰਨ ਲੱਗਾ। ਪ੍ਰਾਰਥਨਾ ਮੁਕਾ ਕੇ ਬੁੱਢੇ ਨੇ ਸਲੀਬ ਦਾ ਨਿਸ਼ਾਨ 3 ਵਾਰ ਆਪਣੇ ਉੱਪਰ ਬਣਾਇਆ। ਟੋਪੀ ਸਿੱਧੀ ਕਰਕੇ ਉਹਨੇ ਆਪਣੇ ਸਿਰ ਉੱਪਰ ਰੱਖੀ ਤੇ ਗਰਦਨ ਉੱਚੀ ਕਰਕੇ ਬੋਲਿਆ, ਸਾਡੇ ਜ਼ਮਾਨੇ 'ਚ ਅਜਿਹੇ ਕੇਸ ਹੁੰਦੇ ਤਾਂ ਸਨ, ਪਰ ਬਹੁਤ ਘੱਟ। ਪਰ ਅੱਜ ਕੱਲ੍ਹ ਤਾਂ ਕੋਈ ਬੰਨ ਸੋਭੇ ਹੀ ਨਹੀਂ ਰਿਹਾ। ਬਹੁਤੀ ਪੜ੍ਹਾਈ ਲਿਖਾਈ ਨੇ ਬੇੜਾ ਗਰਕ ਕਰ ਰੱਖਿਆ। ਕਾਂਟਾ ਬਦਲਣ ਵਾਲੀਆਂ ਥਾਵਾਂ ਉੱਤੋਂ ਦੀ ਲੰਘਦੀ ਹੋਈ ਖੜਖੜ ਕਰਦੀ ਗੱਡੀ ਤੇਜ਼ ਹੋ ਰਹੀ ਸੀ। ਇਸ ਖੜਕੇ ਧੜਕੇ ਕਾਰਨ ਮੈਨੂੰ ਗੱਲਾਂ ਸੁਣਨ 'ਚ ਕਾਫੀ ਤਕਲੀਫ ਅਨੁਭਵ ਹੋ ਰਹੀ ਸੀ। ਗੱਲਬਾਤ ਦਾ ਵਿਸ਼ਾ ਮੈਨੂੰ ਦਿਲਚਸਪ ਜਾਪਿਆ ਤੇ ਮੈਂ ਖਿਸਕ ਕੇ ਬੋਲਣ ਵਾਲਿਆਂ ਦੇ ਨੇੜੇ ਹੋ ਗਿਆ। ਮੇਰੇ ਵਾਂਗ ਹੀ ਚਮਕੀਲੀਆਂ ਅੱਖਾਂ ਵਾਲੇ ਬੇਚੈਨ ਮੇਰੇ ਗੁਆਂਢੀ ਦੇ ਅੰਦਰ ਵੀ ਚੱਲ ਰਹੀ ਗੱਲਬਾਤ 'ਚ ਦਿਲਚਸਪੀ ਜਾਗ ਪਈ ਸੀ, ਕਿਉਂਕਿ ਉਹ ਵੀ ਆਪਣੀ ਨਿਰਲੇਪਤਾ ਤਿਆਗ ਕੇ ਆਪਣੀ ਸੀਟ ਤੇ ਬੈਠਾ ਹੀ ਅੱਗੇ ਵੱਲ ਝੁੱਕ ਕੇ ਗੱਲਾਂ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਪੜ੍ਹਨਾ ਲਿਖਣਾ ਮਾੜੀ ਗੱਲ ਹੈ? ਇਸਤਰੀ ਨੇ ਹਲਕਾ ਜਿਹਾ ਮੁਸਕਰਾ ਕੇ ਪੁੱਛਿਆ। ਕੀ ਤੁਹਾਡੇ ਖਿਆਲ 'ਚ ਚੰਗੀ ਗੱਲ ਹੈ ਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਬਿਨਾਂ ਵੇਖੇ ਵਿਆਹ ਕਰਵਾ ਲੈਣ, ਜਿਵੇਂ ਲੋਕ ਪਹਿਲਾਂ ਕਰਿਆ ਕਰਦੇ ਸੀ? ਉਹ ਬੋਲੀ ਜਾ ਰਹੀ ਸੀ, ਇਸ ਗੱਲ ਦਾ ਖਿਆਲ ਕੀਤੇ ਬਿਨਾਂ ਕਿ ਅਗਲੇ ਨੇ ਕੀ ਪੁੱਛਿਆ ਸੀ। ਉਹ ਸਗੋਂ ਆਪਣੇ ਮਨ 'ਚ ਅਗਲੇ ਵੱਲੋਂ ਪੁੱਛੇ ਜਾਣ ਵਾਲੇ ਪ੍ਰਸ਼ਨ ਸੋਚ ਕੇ ਖੁਦ ਹੀ ਉੱਤਰ ਦੇ ਰਹੀ ਸੀ। ਪੁਰਾਣੇ ਸਮੇਂ 'ਚ ਪਿਆਰ ਨੂੰ ਵਿਆਹ ਦਾ ਆਧਾਰ ਨਹੀਂ ਸੀ ਮੰਨਿਆ ਜਾਂਦਾ ਤੇ ਜੋ ਕੋਈ ਵੀ ਮਿਲ ਜਾਂਦਾ ਲੋਕ ਉਸੇ ਨਾਲ ਵਿਆਹ ਕਰਵਾ ਲੈਂਦੇ ਸੀ। ਉਹ ਇਸ ਗੱਲ ਨੂੰ ਸੋਚਦੇ ਵੀ ਨਹੀਂ ਸੀ ਕਿ ਉਹ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਹਨ ਜਾਂ ਨਹੀਂ, ਜਾਂ ਕਦੇ ਕਰ ਵੀ ਸਕਣਗੇ। ਫਿਰ ਸਾਰੀ ਉਮਰ ਦੁਖੀ ਰਹਿ ਕੇ ਮੁਸੀਬਤਾਂ ਭੋਗ ਕੇ ਮਰ ਜਾਂਦੇ ਸੀ। ਕੀ ਤੁਸੀਂ ਇਹਨੂੰ ਚੰਗਾ ਪਿਆਰ ਸਮਝਦੇ ਹੋ? ਉਹਨੇ ਬੁੱਢੇ ਵੱਲ ਦੇਖਣ ਦੀ ਬਜਾਏ ਵਕੀਲ ਤੇ ਮੇਰੇ ਵੱਲ ਇਉਂ ਤੱਕਿਆ ਜਿਵੇਂ ਸਾਡੇ ਕੋਲੋਂ ਗੱਲ ਦੀ ਪ੍ਰੋੜਤਾ ਚਾਹੁੰਦੀ ਹੋਵੇ। ਲੋਕ ਅੱਜ ਕੱਲ੍ਹ ਕੁਝ ਜ਼ਿਆਦਾ ਹੀ ਪੜ੍ਹਨ ਲਿਖਣ ਲੱਗ ਪਏ ਨੇ। ਬੁੱਢੇ ਵਪਾਰੀ ਨੇ ਇਸਤਰੀ ਵੱਲ ਨਫ਼ਰਤ ਨਾਲ ਤੱਕਦਿਆਂ ਆਪਣੀ ਪਹਿਲੀ ਗੱਲ ਦੀ ਦੁਹਰਾਈ, ਪਰ ਉਹਦੇ ਪ੍ਰਸ਼ਨ ਦਾ ਕੋਈ ਉੱਤਰ ਨਾ ਦਿੱਤਾ। ਪੜ੍ਹਾਈ ਲਿਖਾਈ ਤੇ ਅਣਜੋੜ ਵਿਆਹਾਂ ਵਿੱਚ ਤੁਹਾਨੂੰ ਕੀ ਸਬੰਧ ਨਜ਼ਰ ਆਉਂਦਾ ਹੈ? ਵਕੀਲ ਨੇ ਹਲਕਾ ਜਿਹਾ ਮੁਸਕਰਾ ਕੇ ਪੁੱਛਿਆ। ਬੁੱਢਾ ਵਪਾਰੀ ਉੱਤਰ ਦੇਣ ਹੀ ਲੱਗਿਆ ਸੀ ਕਿ ਇਸਤਰੀ ਪਹਿਲਾਂ ਹੀ ਬੋਲ ਪਈ। ਨਹੀਂ ਜੀ, ਉਹ ਜ਼ਮਾਨਾ ਤਾਂ ਕਦੋਂ ਦਾ ਖਤਮ ਹੋ ਚੁੱਕਿਆ, ਉਹਨੇ ਆਖਿਆ। ਠਹਿਰੋ, ਪਤਾ ਤਾਂ ਲੱਗੇ ਬਜ਼ੁਰਗ ਕੀ ਆਖਣ ਲੱਗੇ ਸਨ, ਵਕੀਲ ਨੇ ਆਖਿਆ। ਪੜ੍ਹਾਈ ਅਨੇਕਾਂ ਬੇਵਕੂਫੀਆਂ ਸਿਖਾਉਂਦੀ ਹੈ, ਬੁੱਢੇ ਨੇ ਫੈਸਲੇ ਭਰੀ ਗੱਲ ਕਰਨ ਦੇ ਅੰਦਾਜ਼ 'ਚ ਆਖਿਆ। ਉਹਦੀ ਗੱਲ ਸੁਣ ਕੇ ਇਸਤਰੀ ਗੁੱਸੇ 'ਚ ਆਪੇ ਤੋਂ ਬਾਹਰ ਹੋ ਗਈ। ਇਹ ਲੋਕ ਤਾਂ ਅਜਿਹੇ ਬੰਦਿਆਂ ਦੀ ਆਪਸ 'ਚ ਸਿਰ ਨਰੜ ਕਰਵਾ ਕੇ ਖੁਸ਼ ਹੋਣਗੇ ਜਿਨ੍ਹਾਂ ਨੂੰ ਇੱਕ ਦੂਜੇ ਨਾਲ ਕੋਈ ਪਿਆਰ ਨਹੀਂ ਹੁੰਦਾ, ਫਿਰ ਦੋਹਾਂ ਨੂੰ ਦੁਖੀ ਦੇਖ ਕੇ ਹੈਰਾਨ ਹੁੰਦੇ ਨੇ। ਉਹ ਵਕੀਲ, ਦੁਕਾਨ ਸਹਾਇਕ ਤੇ ਮੇਰੇ ਵੱਲ ਦੇਖਦੀ ਹੋਈ ਕਾਹਲੀ ਬੋਲ ਰਹੀ ਸੀ। ਪਸ਼ੂਆਂ ਨੂੰ ਤਾਂ ਮਾਲਕਾਂ ਦੀ ਮਰਜ਼ੀ ਅਨੁਸਾਰ ਆਪਸ 'ਚ ਮਿਲਾਇਆ ਜਾ ਸਕਦਾ, ਪਰ ਮਨੁੱਖਾਂ ਦੇ ਆਪਣੇ ਸੁਭਾਅ ਹੁੰਦੇ ਨੇ, ਆਪਣੀ ਪਸੰਦ ਨਾਪਸੰਦ ਹੁੰਦੀ ਹੈ। ਉਹਨੇ ਇਹ ਗੱਲ ਇਸ ਲਹਿਜੇ 'ਚ ਆਖੀ ਕਿ ਬੁੱਢੇ ਵਪਾਰੀ ਨੂੰ ਚੁੱਭ ਜਾਏ। ਨੌਜਵਾਨ ਦੁਕਾਨ ਸਹਾਇਕ ਵੀ ਜੋਸ਼ 'ਚ ਆ ਗਿਆ। ਉੱਠਿਆ ਤੇ ਸੀਟ ਦੀ ਢੋਅ ਦਾ ਸਹਾਰਾ ਲੈ ਕੇ ਖੜਾ ਹੋ ਗਿਆ। ਇਸਤਰੀ ਦੀਆਂ ਗੱਲਾਂ ਸੁਣ ਕੇ ਉਹ ਖੁਸ਼ ਹੋ ਗਿਆ ਜਾਪਦਾ ਸੀ।
ਬੁੱਢੇ ਨੇ ਆਖਿਆ, ਬੀਬੀ ਤੂੰ ਜੋ ਕੁਝ ਆਖਦੀ ਹੈ ਠੀਕ ਨਹੀਂ ਹੈ। ਪਸ਼ੂ ਬੇਸਮਝ ਹੁੰਦੇ ਹਨ, ਪਰ ਬੰਦਿਆਂ ਨੇ ਆਪਣੇ ਵਾਸਤੇ ਕਾਨੂੰਨ ਬਣਾਏ ਹੋਏ ਹਨ। ਪਰ ਇਹ ਕਿੱਧਰਲਾ ਕਾਨੂੰਨ ਹੋਇਆ ਕਿ ਜਿਹਨੂੰ ਬੰਦਾ ਪਿਆਰ ਹੀ ਨਾ ਕਰਦਾ ਹੋਵੇ, ਸਾਰੀ ਉਮਰ ਉਸ ਨਾਲ ਸਿਰ ਨਰੜ ਕਰੀ ਰੱਖੇ। ਆਪਣੇ ਵਿਚਾਰਾਂ ਨੂੰ ਮੌਲਿਕ ਸਮਝਦੀ ਹੋਈ ਇਸਤਰੀ ਬੜੇ ਜੋਸ਼ ਨਾਲ ਬੋਲੀ। ਪਹਿਲਾਂ ਤਾਂ ਅਜਿਹੀਆਂ ਨਗੋਚਾਂ ਕੋਈ ਨਹੀਂ ਸੀ ਕੱਢਦਾ ਹੁੰਦਾ। ਬੁੱਢਾ ਵਪਾਰੀ ਗੰਭੀਰ ਹੋ ਗਿਆ। ਇਹ ਨਵਾਂ ਹੀ ਖਤਰਨਾਕ ਵਿਚਾਰ ਹੈ। ਪਹਿਲਾਂ ਤੀਵੀਂ ਕਦੇ ਇਉਂ ਨਹੀਂ ਸੀ ਆਖ ਸਕਦੀ, ਮੈਂ ਤੈਨੂੰ ਛੱਡ ਕੇ ਤੁਰ ਜੂੰਗੀ। ਹੁਣ ਤਾਂ ਕਿਸਾਨਾਂ ਦੀਆਂ ਤੀਵੀਆਂ ਨੂੰ ਵੀ ਨਵੇਂ ਜ਼ਮਾਨੇ ਦਾ ਪਾਹ ਚੜ ਗਿਆ। ਆਖਣਗੀਆਂ, ਆ ਚੁੱਕਾ ਉਹਦਾ ਛਿਛਪੱਤ, ਮੈਂ ਤਾਂ ਵੈਨੀਆਂ ਦੇ ਵਸੂੰਗੀ, ਕਿਉਂਕਿ ਉਹਦੇ ਵਾਲ ਤੇਰੇ ਨਾਲੋਂ ਵੱਧ ਘੁੰਘਰਾਲੇ ਨੇ। ਤੇ ਬੰਦਾ ਮੂੰਹ ਵੇਖਦਾ ਰਹਿ ਜਾਂਦਾ। ਤੀਵੀਂ ਨੂੰ ਤਾਂ ਚੰਡ ਕੇ ਰੱਖਣਾ ਚਾਹੀਦਾ, ਉਹ ਡਰ ਮੂਹਰੇ ਹੀ ਸਿੱਧੀ ਰਹਿੰਦੀ ਹੈ। ਦੁਕਾਨ ਸਹਾਇਕ ਨੌਜਵਾਨ ਨੇ ਵਕੀਲ ਤੇ ਮੇਰੇ ਵੱਲ ਵੇਖਣ ਪਿੱਛੋਂ ਇਸਤਰੀ ਵੱਲ ਦੇਖਿਆ। ਉਹਨੇ ਆਪਣਾ ਹਾਸਾ ਬੁੱਲ੍ਹਾਂ 'ਚ ਘੁੱਟ ਰੱਖਿਆ ਸੀ। ਬੁੱਢੇ ਵਪਾਰੀ ਦੇ ਵਿਚਾਰਾਂ ਬਾਰੇ ਬੋਲਣ ਤੋਂ ਪਹਿਲਾਂ ਉਹ ਸਾਡਾ ਪ੍ਰਤੀਕਰਮ ਜਾਣਨਾ ਚਾਹੁੰਦਾ ਸੀ। ਕਾਹਦਾ ਡਰ? ਇਸਤਰੀ ਨੇ ਪੁੱਛਿਆ। ਆਪਦੇ ਪਤੀ ਦਾ, ਹੋਰ ਕਾਹਦਾ? ਪਰ ਬਜ਼ੁਰਗੋ, ਵੇਲੇ ਲੱਦ ਗਏ। ਤਿਉੜੀਆਂ ਚੜਾ ਕੇ ਇਸਤਰੀ ਨੇ ਖਿੱਚ ਕੇ ਆਖਿਆ, ਨਹੀਂ ਬੀਬੀ ਰਾਣੀ, ਉਹ ਵੇਲੇ ਕਦੇ ਨਹੀਂ ਲੱਦ ਸਕਦੇ। ਤੀਵੀਂ ਆਦਮ ਦੀ ਪਸਲੀ ਵਿੱਚੋਂ ਬਣੀ ਸੀ ਤੇ ਰਹਿੰਦੀ ਦੁਨੀਆ ਤੱਕ ਉਹ ਇੰਜੀ ਬਣੀ ਰਹੇਗੀ। ਪੂਰੀ ਦ੍ਰਿੜਤਾ ਨਾਲ ਇਹ ਗੱਲ ਆ ਕੇ ਬੁੱਢੇ ਵਪਾਰੀ ਨੇ ਆਪਣੇ ਸਿਰ ਨੂੰ ਇਉਂ ਸਵੈ ਵਿਸ਼ਵਾਸ ਨਾਲ ਝਟਕਾ ਦਿੱਤਾ ਕਿ ਨੌਜਵਾਨ ਦੁਕਾਨ ਸਹਾਇਕ ਨੂੰ ਉਹਦੀ ਜਿੱਤ ਦਾ ਯਕੀਨ ਹੋ ਗਿਆ। ਪ੍ਰਸ਼ੰਸਾ ਵਜੋਂ ਤਾੜੀ ਮਾਰ ਕੇ ਹੱਸਣ ਲੱਗ ਪਿਆ। ਇਸ ਤਰ੍ਹਾਂ ਤਾਂ ਸਿਰਫ ਤੁਸੀਂ ਮਰਦ ਹੀ ਸੋਚਦੇ ਰਹੇ ਹੋ। ਹਾਰ ਨਾ ਮੰਨਦੇ ਇਸਤਰੀ ਬੋਲੇ। ਸਾਰੀ ਆਜ਼ਾਦੀ ਤੁਸੀਂ ਮਰਦਾਂ ਨੇ ਸਾਂਭ ਰੱਖੀ ਹੈ ਤੇ ਸਾਨੂੰ ਤੀਵੀਆਂ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ। ਤੁਸੀਂ ਕੇਵਲ ਆਪਣੇ ਮਨ ਨੂੰ ਹੀ ਮਨਮਾਨੀਆਂ ਕਰਨ ਦਾ ਅਧਿਕਾਰ ਦੇ ਰੱਖਿਆ। ਸਾਨੂੰ ਤਾਂ ਕਿਸੇ ਨੇ ਕੋਈ ਅਧਿਕਾਰ ਨਹੀਂ ਦਿੱਤਾ। ਆਦਮੀ ਦੀਆਂ ਮਨਮਾਨੀਆਂ ਕਰਨ ਨਾਲ ਟੱਬਰ ਟੀਰ 'ਚ ਕੋਈ ਵਾਧਾ ਨਹੀਂ ਹੁੰਦਾ, ਪਰ ਤੀਵੀਂ ਅਜਿਹਾ ਜੀਵ ਹੈ ਜਿਹਨੂੰ ਬਹੁਤ ਹੀ ਸੰਭਾਲ ਕੇ ਵਰਤਣਾ ਪੈਂਦਾ ਹੈ। ਬੁੱਢੇ ਵਪਾਰੀ ਨੇ ਪਹਿਲਾਂ ਵਰਗੀ ਪ੍ਰਭਾਵਸ਼ਾਲੀ ਸੁਰ 'ਚ ਆਖਿਆ। ਇਉਂ ਜਾਪਦਾ ਸੀ ਜਿਵੇਂ ਸੁਣਨ ਵਾਲੇ ਸਾਰੇ ਹੀ ਉਸ ਨਾਲ ਸਹਿਮਤ ਸਨ, ਪਰ ਇਸਤਰੀ ਨੇ ਆਪਣੇ ਆਪ ਪੱਖ ਦੀ ਕਮਜ਼ੋਰੀ ਅਨੁਭਵ ਕਰਨ ਦੇ ਬਾਵਜੂਦ ਹਾਰ ਨਹੀਂ ਸੀ ਮੰਨੀ। ਪਰ ਇਸ ਗੱਲ ਨੂੰ ਤਾਂ ਤੁਸੀਂ ਵੀ ਮੰਨਦੇ ਹੋ ਕਿ ਤੀਵੀਂ ਵੀ ਆਖਰ ਮਨੁੱਖੀ ਜੀਵ ਹੈ। ਆਦਮੀ ਵਾਂਗ ਉਹਦੀਆਂ ਵੀ ਭਾਵਨਾਵਾਂ ਹੁੰਦੀਆਂ। ਉਹ ਕਿਹੜੇ ਖੂਹ ਖਾਤੇ 'ਚ ਡਿੱਗੇ ਜੇ ਉਹ ਆਪਣੇ ਪਤੀ ਨੂੰ ਪਿਆਰ ਹੀ ਨਾ ਕਰਦੀ ਹੋਵੇ। ਪਿਆਰ ਨਾ ਕਰਦੀ ਹੋਵੇ? ਬੁੱਢੇ ਵਪਾਰੀ ਦੇ ਚਿਹਰੇ ਦਾ ਪ੍ਰਭਾਵ ਕਠੋਰਤਾ 'ਚ ਬਦਲ ਗਿਆ। ਭਵਾਂ ਤੇ ਬੁੱਲਾਂ ਨੂੰ ਲਮਕਾ ਕੇ ਉਹਨੇ ਆਖਿਆ, ਤੀਵੀਂ ਉਹਨੂੰ ਪਿਆਰ ਕਰਨਾ ਸਿੱਖੇ। ਇਹ ਅਸਾਧਾਰਨ ਉੱਤਰ ਦੁਕਾਨ ਸਹਾਇਕ ਨੌਜਵਾਨ ਨੂੰ ਬਹੁਤ ਚੰਗਾ ਲੱਗਾ। ਪ੍ਰਸ਼ੰਸਾ 'ਚ ਉਹਦਾ ਹਾਸਾ ਕਿਲਕਾਰੀ ਦਾ ਰੂਪ ਧਾਰਨ ਕਰ ਗਿਆ। ਬਿਲਕੁਲ ਗਲਤ। ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸਤਰੀ ਤਿਊੜੀਆਂ ਚੜਾ ਕੇ ਬੋਲੀ। ਜੇ ਉਹ ਪਤੀ ਨੂੰ ਪਿਆਰ ਨਹੀਂ ਕਰਦੀ, ਉਹਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਜੇ ਪਤਨੀ ਪਤੀ ਨਾਲ ਬੇਵਫਾਈ ਕਰੇ ਫੇਰ? ਵਕੀਲ ਨੇ ਪੁੱਛਿਆ। ਅਜਿਹੀ ਗੱਲ ਕਦੇ ਹੋਣ ਹੀ ਨਹੀਂ ਦੇਣੀ ਚਾਹੀਦੀ, ਬੁੱਢੇ ਵਪਾਰੀ ਨੇ ਆਖਿਆ। ਅਜਿਹੀ ਗੱਲ ਨੂੰ ਰੋਕਣ ਲਈ ਆਦਮੀ ਨੂੰ ਕਰੜੀ ਨਿਗਰਾਨੀ ਰੱਖਣੀ ਚਾਹੀਦੀ ਹੈ। ਪਰ ਜੇਕਰ ਅਜਿਹੀ ਗੱਲ ਹੋ ਜਾਏ ਫੇਰ? ਆਖਰ ਅਜਿਹਾ ਵੀ ਤਾਂ ਅਕਸਰ ਹੁੰਦਾ ਹੀ ਹੈ। ਹੋ ਸਕਦਾ ਕੁਝ ਲੋਕਾਂ 'ਚ ਹੁੰਦਾ ਹੋਵੇ, ਪਰ ਸਾਡੇ ਭਾਈਚਾਰੇ 'ਚ ਤਾਂ ਨਹੀਂ ਹੁੰਦਾ, ਬੁੱਢੇ ਨੇ ਆਖਿਆ। ਕੁਝ ਚਿਰ ਲਈ ਸਭ ਜਣੇ ਚੁੱਪ ਹੋ ਗਏ। ਦੁਕਾਨ ਸਹਾਇਕ ਨੌਜਵਾਨ ਨੂੰ ਕੋਈ ਗੱਲ ਯਾਦ ਆ ਗਈ। ਉਹ ਵੀ ਗੱਲਬਾਤ 'ਚ ਹਿੱਸਾ ਲੈਣ ਲਈ ਉਤਾਵਲਾ ਹੋ ਰਿਹਾ ਸੀ। ਉਹ ਆਪਣੀ ਸੀਟ ਤੋਂ ਉੱਠ ਕੇ ਅੱਗੇ ਆ ਗਿਆ ਤੇ ਬੁੱਲਾਂ 'ਚ ਮੁਸਕਰਾਉਂਦਾ ਹੋਇਆ ਦੱਸਣ ਲੱਗ ਪਿਆ, ਅੱਜ ਕੱਲ੍ਹ ਮੈਂ ਜਿਸ ਦੁਕਾਨ ਉੱਤੇ ਕੰਮ ਕਰਦਾ, ਦੁਕਾਨ ਮਾਲਕ ਦੇ ਘਰ ਵਿੱਚ ਵੀ ਇੱਕ ਵਾਰ ਬਹੁਤ ਹੀ ਨਮੋਸ਼ੀ ਵਾਲੀ ਘਟਨਾ ਵਾਪਰੀ ਸੀ। ਅਸਲ ਕਸੂਰਵਾਰ ਕੌਣ ਸੀ ਇਹ ਆਖਣਾ ਤਾਂ ਮੁਸ਼ਕਿਲ ਹੈ, ਪਰ ਮਾਲਕ ਦੀ ਨੂੰਹ ਬਦਚਲਨ ਸੀ। ਉਹਦਾ ਪਤੀ ਬਹੁਤ ਹੀ ਲਾਇਕ ਬਾਰਸੂਖ ਨੌਜਵਾਨ ਸੀ। ਪਤਨੀ ਨੇ ਗੁੱਲ ਖਿਲਾਉਣੇ ਸ਼ੁਰੂ ਕਰ ਦਿੱਤੇ। ਆਪਣੇ ਨਾਜ਼ ਨਖਰਿਆਂ ਨਾਲ ਉਹਨੇ ਮੁਨੀਮ ਨੂੰ ਫਸਾ ਲਿਆ। ਪਤੀ ਦੇ ਕੰਨੀ ਭਿਣਕ ਪਈ। ਉਹਨੇ ਗੱਲੀ ਬਾਤੀ ਬਥੇਰੀ ਸਮਝਾਈ, ਪਰ ਉਸ ਉੱਤੇ ਕੋਈ ਅਸਰ ਨਾ ਹੋਇਆ। ਉਹ ਹੋਰ ਬਦਕਾਰ ਹੋ ਗਈ। ਪੈਸੇ ਚੋਰੀ ਕਰਨ ਲੱਗ ਪਈ। ਪਤੀ ਨੇ ਚੰਗੀ ਛਤਰੌਲ ਕੀਤੀ। ਉਹ ਹੋਰ ਵਿਗੜ ਗਈ। ਇੱਕ ਯਹੂਦੀ ਨਾਲ ਯਾਰੀ ਗੰਢ ਲਈ। ਪਤੀ ਵਿਚਾਰਾ ਕੀ ਕਰਦਾ? ਉਹਨੇ ਦੁਖੀ ਹੋ ਕੇ ਘਰੋਂ ਕੱਢਤੀ। ਪਤੀ ਨੇ ਦੂਜਾ ਵਿਆਹ ਨਹੀਂ ਕਰਾਇਆ, ਪਰ ਉਹ ਬਦਕਾਰ ਗਲੀਆਂ 'ਚ ਧੱਕੇ ਖਾਂਦੀ ਫਿਰਦੀ ਹੈ। ਉਹਦਾ ਪਤੀ ਬੇਵਕੂਫ ਸੀ, ਬੁੱਢਾ ਵਪਾਰੀ ਬੋਲਿਆ। ਜੇ ਉਹ ਪਹਿਲਾਂ ਹੀ ਇੰਨੀ ਖੁੱਲ੍ਹ ਨਾ ਦਿੰਦਾ ਤੇ ਉਹਨੂੰ ਚੰਡ ਕੇ ਰੱਖਦਾ, ਅੱਜ ਜ਼ਰੂਰ ਉਹਦੇ ਘਰ ਵਸਦੀ ਹੁੰਦੀ। ਤੀਵੀਆਂ ਨੂੰ ਆਪਣੀ ਮਰਜ਼ੀ ਦੀ ਖੁੱਲ੍ਹ ਦੇਣੀ ਮੂਰਖਤਾ ਹੈ। ਘੋੜੇ ਦਾ ਖੇਤ 'ਚ ਤੇ ਤੀਵੀਂ ਦਾ ਘਰ 'ਚ ਕਦੇ ਵਸਾ ਨਾ ਕਰੋ। ਉਸੇ ਵੇਲੇ ਚੈੱਕਰ ਟਿਕਟਾਂ ਚੈੱਕ ਕਰਨ ਲਈ ਅੰਦਰ ਆਇਆ। ਬੁੱਢਾ ਉਹਨੂੰ ਆਪਣੀ ਟਿਕਟ ਦਿਖਾ ਕੇ ਬੋਲਿਆ, ਹਾਂ, ਇਸਤਰੀ ਜਾਤ ਨੂੰ ਤਾਂ ਸ਼ੁਰੂ ਤੋਂ ਹੀ ਖਿੱਚ ਕੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਝੁੱਗਾ ਚੌੜ ਹੋ ਜਾਂਦਾ ਹੈ। ਪਰ ਉਸ ਕਹਾਣੀ ਦਾ ਕੀ ਕਰੋਗੇ ਜਿਹੜੀ ਤੁਸੀਂ ਕੁਨਾਵੀਨੋ ਮੇਲੇ ਉੱਤੇ ਵਿਆਹੇ ਵਰੇ ਆਦਮੀਆਂ ਦੀਆਂ ਬਦਫੈਲੀਆਂ ਬਾਰੇ ਸੁਣਾਈ ਸੀ? ਮੈਂ ਪੁੱਛਣੋਂ ਨਾ ਰਹਿ ਸਕਿਆ। ਉਹ ਵੱਖਰੀ ਗੱਲ ਹੈ, ਬੁੱਢਾ ਵਪਾਰੀ ਬੋਲਿਆ ਤੇ ਉਹ ਚੁੱਪ ਕਰਕੇ ਬੈਠ ਗਿਆ, ਜਿਵੇਂ ਸਿਰ 'ਚ 100 ਘੜੇ ਪਾਣੀ ਦਾ ਪੈ ਗਿਆ ਹੋਵੇ।
ਅਗਲਾ ਸਟੇਸ਼ਨ ਆ ਗਿਆ। ਸੀਟੀ ਵੱਜਣ ਸਾਰੋਂ ਇੱਕਦਮ ਉੱਠਿਆ, ਬੋਰੀ ਸੀਟ ਹੇਠੋਂ ਕੱਢੀ, ਵੱਡਾ ਕੋਟ ਦੂਰਾ ਕੀਤਾ, ਟੋਪੀ ਚੁੱਕੀ ਤੇ ਗੱਡੀਓਂ ਉਤਰ ਗਿਆ। ਅੰਗ ਦੂਸਰਾ। ਉਹਦੇ ਜਾਣ ਪਿੱਛੋਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। ਪੁਰਾਣੇ ਜ਼ਮਾਨੇ ਦਾ ਆਦਮੀ ਹੈ, ਦੁਕਾਨ ਸਹਾਇਕ ਬੋਲਿਆ। ਸਦਾਚਾਰ ਦਾ ਠੇਕੇਦਾਰ ਬਣਿਆ ਫਿਰਦਾ ਹੈ। ਕਿਹੋ ਜਿਹੇ ਸਦੀਆਂ ਪੁਰਾਣੇ ਦਕੀਆਨੂਸੀ ਵਿਚਾਰ ਚੁੱਕੀ ਫਿਰਦਾ। ਵਿਆਹ ਤੇ ਤੀਵੀਆਂ ਬਾਰੇ ਇਸਤਰੀ ਬੋਲੀ। ਵਿਆਹ ਸੰਬੰਧੀ ਵਿਚਾਰਾਂ ਵਿੱਚ ਅਸੀਂ ਯੂਰਪ ਨਾਲੋਂ ਅਜੇ ਬਹੁਤ ਪਿੱਛੇ ਹਾਂ, ਵਕੀਲ ਨੇ ਆਖਿਆ। ਇਸਤਰੀ ਕਹਿਣ ਲੱਗੀ, ਵੱਡੀ ਗੱਲ ਜਿਹੜੀ ਇਹ ਲੋਕ ਸਮਝਣ ਤੋਂ ਅਸਮਰਥ ਹਨ ਇਹ ਹੈ ਕਿ ਪਿਆਰ ਬਿਨਾਂ ਵਿਆਹ ਨਹੀਂ ਹੁੰਦਾ। ਕੇਵਲ ਪਿਆਰ ਹੀ ਵਿਆਹ ਨੂੰ ਪਵਿੱਤਰਤਾ ਪ੍ਰਦਾਨ ਕਰਦਾ ਹੈ। ਸੱਚਾ ਵਿਆਹ ਉਹੀ ਹੁੰਦਾ ਜਿਹਨੂੰ ਪਿਆਰ ਨਾਲ ਪਵਿੱਤਰ ਕੀਤਾ ਗਿਆ ਹੋਵੇ। ਦੁਕਾਨ ਸਹਾਇਕ ਨੌਜਵਾਨ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹੋਇਆ ਮੁਸਕਰਾ ਰਿਹਾ ਸੀ ਤੇ ਉਹਦੇ ਬੋਲੇ ਵਾਕਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸਤਰੀ ਦੀਆਂ ਗੱਲਾਂ ਦੌਰਾਨ ਮੈਨੂੰ ਆਪਣੇ ਪਿਛਲੇ ਪਾਸੇ ਕੁਝ ਇਸ ਤਰ੍ਹਾਂ ਦੀ ਆਵਾਜ਼ ਸੁਣਾਈ ਦਿੱਤੀ ਜਿਵੇਂ ਸੰਗ 'ਚ ਹੀ ਕੋਈ ਹੱਸਿਆ ਹੋਵੇ ਜਾਂ ਕਿਸੇ ਨੇ ਹੌਕਾ ਲਿਆ ਹੋਵੇ। ਮੈਂ ਜਦ ਪਿੱਛੇ ਮੁੜ ਕੇ ਦੇਖਿਆ, ਪਤਾ ਲੱਗਾ ਕਿ ਮੇਰਾ ਇਕਾਂਤ ਪਸੰਦ ਚਮਕੀਲੀਆਂ ਅੱਖਾਂ ਵਾਲਾ ਗੁਆਂਢੀ ਸਾਡੀਆਂ ਗੱਲਾਂ 'ਚ ਦਿਲਚਸਪੀ ਲੈਣ ਲਈ ਸਾਡੇ ਨੇੜੇ ਖਿਸਕ ਆਇਆ ਸੀ। ਅਸੀਂ ਕਿਸੇ ਨੇ ਗੋਲਿਆ ਹੀ ਨਹੀਂ ਸੀ ਕਿ ਉਤਸੁਕਤਾ ਕਾਰਨ ਸੀਟ ਦੀ ਢੋਅ ਨਾਲ ਪਿੱਠ ਲਾ ਕੇ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਹ ਬਹੁਤ ਹੀ ਪਰੇਸ਼ਾਨ ਜਾਪਦਾ ਸੀ। ਉਹ ਕੁਝ ਕਹਿਣ ਲਈ ਉਤਾਵਲਾ ਸੀ। ਘਬਰਾਹਟ 'ਚ ਉਹਦਾ ਚਿਹਰਾ ਲਾਲ ਸੁਰਖ ਹੋ ਗਿਆ ਸੀ ਤੇ ਗੱਲਾਂ ਦੀਆਂ ਨਸਾਂ ਫਰਕ ਰਹੀਆਂ ਸਨ। ਜ਼ਰਾ ਦੱਸਣਾ ਕੀ ਹੁੰਦਾ ਉਹ ਪਿਆਰ? ਉਹ ਪਿਆਰ ਜਿਹੜਾ ਵਿਆਹ ਨੂੰ ਪਵਿੱਤਰਤਾ ਪ੍ਰਦਾਨ ਕਰਦਾ ਹੈ। ਕਿਸੇ ਅਠੱਲ ਵੇਗ ਕਾਰਨ ਉਹਨੇ ਥਥਲਾ ਕੇ ਪੁੱਛਿਆ। ਉਹਦੀ ਘਬਰਾਹਟ ਵੇਖ ਕੇ ਇਸਤਰੀ ਦਾ ਚਿਹਰਾ ਕੋਮਲ ਹੋ ਗਿਆ। ਉਹਨੇ ਠਰਮੇ ਨਾਲ ਗੰਭੀਰਤਾ ਨਾਲ ਉੱਤਰ ਦਿੱਤਾ, ਸੱਚਾ ਪਿਆਰ ਵਿਆਹ ਤਦ ਹੀ ਸੰਭਵ ਹੈ ਜੇਕਰ ਅਜਿਹਾ ਪਿਆਰ ਆਦਮੀ ਤੀਵੀਂ 'ਚ ਹੋਵੇ। ਠੀਕ ਹੈ, ਪਰ ਸਾਨੂੰ ਕਿਵੇਂ ਸਮਝ ਆਵੇ ਕਿ ਸੱਚਾ ਪਿਆਰ ਕੀ ਹੁੰਦਾ ਹੈ? ਚਮਕੀਲੀਆਂ ਅੱਖਾਂ ਵਾਲੇ ਆਦਮੀ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਜਕਦੇ ਪੁੱਛਿਆ। ਹਰ ਕਿਸੇ ਨੂੰ ਪਤਾ ਹੈ ਕਿ ਸੱਚਾ ਪਿਆਰ ਕੀ ਹੁੰਦਾ ਹੈ। ਇਸਤਰੀ ਨੇ ਗੱਲ ਖਤਮ ਕਰਨ ਦੀ ਨੀਤ ਨਾਲ ਆਖਿਆ। ਪਰ ਮੈਨੂੰ ਨਹੀਂ ਪਤਾ। ਉਸ ਆਦਮੀ ਨੇ ਆਖਿਆ, ਜੋ ਕੁਝ ਤੁਹਾਡੇ ਦਿਮਾਗ 'ਚ ਹੈ ਉਹਦੀ ਵਿਆਖਿਆ ਹੋ ਜਾਣੀ ਚਾਹੀਦੀ ਹੈ। ਸਿੱਧੀ ਜੀ ਗੱਲ ਹੈ, ਇਸਤਰੀ ਬੋਲੀ। ਪਰ ਉਹ ਰੁਕ ਕੇ ਕੁਝ ਸੋਚਣ ਲੱਗ ਪਈ। ਪਿਆਰ? ਇੱਕ ਬੰਦੇ ਨੂੰ ਬਾਕੀ ਸਾਰਿਆਂ ਵਿੱਚੋਂ ਚੁਣ ਲੈਣ ਦਾ ਨਾਂ ਹੀ ਪਿਆਰ ਹੈ? ਉਹਨੇ ਆਖਿਆ। ਇਹ ਚੋਣ ਕਿੰਨੇ ਸਮੇਂ ਵਾਸਤੇ ਹੋਣੀ ਚਾਹੀਦੀ ਹੈ? 1 ਮਹੀਨਾ, 2 ਦਿਨ, ਅੱਧਾ ਘੰਟਾ? ਚਿੱਟੇ ਵਾਲਾਂ ਵਾਲੇ ਆਦਮੀ ਨੇ ਹੱਸ ਕੇ ਪੁੱਛਿਆ। ਸੁਣੋ ਸ਼੍ਰੀਮਾਨ ਜੀ, ਤੁਸੀਂ ਸ਼ਾਇਦ ਕਿਸੇ ਹੋਰ ਚੀਜ਼ ਬਾਰੇ ਸੋਚ ਰਹੇ ਹੋ। ਨਹੀਂ, ਮੈਂ ਉਸੇ ਪਿਆਰ ਬਾਰੇ ਹੀ ਸੋਚ ਰਿਹਾ। ਇਸਤਰੀ ਨੂੰ ਸੋਚਾਂ 'ਚ ਉਲਝੀ ਵੇਖ ਕੇ ਵਕੀਲ ਬੋਲਿਆ। ਇਹ ਕਹਿਣਾ ਚਾਹੁੰਦੀ ਹੈ ਕਿ ਵਿਆਹ ਦੀ ਇੱਛਾ ਸਭ ਤੋਂ ਪਹਿਲਾਂ ਸ਼ਰਧਾ ਜਾਂ ਪਿਆਰ ਵਿੱਚੋਂ ਹੀ ਉਪਜਣੀ ਚਾਹੀਦੀ ਹੈ। ਇਹਦੇ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਸ਼ਰਧਾ ਤੇ ਪਿਆਰ ਹੋਵੇ ਤਾਂ ਹੀ ਵਿਆਹ ਪਵਿੱਤਰ ਸਮਝਿਆ ਜਾ ਸਕਦਾ ਹੈ। ਦੂਜੀ ਗੱਲ, ਕੋਈ ਵੀ ਵਿਆਹ ਜਿਹੜਾ ਆਪਸੀ ਸ਼ਰਧਾ ਜਾਂ ਪਿਆਰ ਤੇ ਆਧਾਰਿਤ ਨਹੀਂ, ਗੁਸਤਾਖੀ ਮਾਫ, ਇਖਲਾਕੀ ਫਰਜ਼ਾਂ ਤੋਂ ਸਖਣਾ ਹੁੰਦਾ ਹੈ। ਕਿਉਂ ਜੀ, ਮੈਂ ਤੁਹਾਡੀ ਗੱਲ ਠੀਕ ਸਮਝੀ ਹੈ ਕਿ ਨਾ? ਉਹਨੇ ਇਸਤਰੀ ਵੱਲ ਵੇਖ ਕੇ ਪੁੱਛਿਆ। ਇਸਤਰੀ ਨੇ ਹਾਂ 'ਚ ਸਿਰ ਹਿਲਾਇਆ। ਤੇ ਫਿਰ ਵਕੀਲ ਆਪਣੀ ਗੱਲ ਮੁੜ ਸ਼ੁਰੂ ਕਰਨ ਹੀ ਲੱਗਾ ਸੀ ਕਿ ਉਹ ਆਦਮੀ ਪਹਿਲਾਂ ਹੀ ਬੋਲ ਪਿਆ। ਉਹਦੀਆਂ ਅੱਖਾਂ ਕੋਲਿਆਂ ਵਾਂਗ ਦਗ ਰਹੀਆਂ ਸਨ ਤੇ ਉਹਦਾ ਜੋਸ਼ ਇਸ ਹੱਦ ਤੱਕ ਵੱਧ ਚੁੱਕਿਆ ਸੀ ਕਿ ਉਹਨੂੰ ਆਪਣੇ ਆਪ ਉੱਤੇ ਕਾਬੂ ਰੱਖਣਾ ਮੁਸ਼ਕਿਲ ਹੋ ਗਿਆ ਸੀ। ਇੱਕ ਆਦਮੀ ਜਾਂ ਤੀਵੀਂ ਨੂੰ ਬਾਕੀਆਂ ਵਿੱਚੋਂ ਚੁਣ ਲੈਣ ਨੂੰ ਤੁਸੀਂ ਪਿਆਰ ਆਖਦੇ ਹੋ? ਪਰ ਮੈਂ ਜਾਣਨਾ ਚਾਹੁੰਦਾ ਕਿ ਆਖਿਰ ਇਹ ਚੋਣ ਕਿੰਨੇ ਸਮੇਂ ਲਈ ਹੋਵੇ? ਕਿੰਨੇ ਸਮੇਂ ਲਈ? ਬਹੁਤ ਲੰਮੇ ਸਮੇਂ ਲਈ ਹੋਵੇ, ਕਈ ਵਾਰ ਉਮਰ ਭਰ ਲਈ। ਇਸਤਰੀ ਮੋਢੇ ਸੁੰਗੇੜ ਕੇ ਬੋਲੀ। ਪਰ ਇੰਜ ਤਾਂ ਸਿਰਫ ਨਾਵਲਾਂ 'ਚ ਹੀ ਹੁੰਦਾ ਹੈ, ਜ਼ਿੰਦਗੀ 'ਚ ਨਹੀਂ। ਕਈ ਵਾਰ ਇਹ ਚੋਣ ਸਾਲਾਂ ਬੱਧੀ ਕਾਇਮ ਰਹਿੰਦੀ ਹੈ, ਪਰ ਬਹੁਤੇ ਬੰਦਿਆਂ ਲਈ ਇਹ ਚੋਣ ਕੁਝ ਮਹੀਨਿਆਂ 'ਚ ਹੀ ਮੁੱਕ ਜਾਂਦੀ ਹੈ। ਕਈ ਵਾਰ ਇਹ ਚੋਣ ਕੁਝ ਹਫ਼ਤਿਆਂ, ਦਿਨਾਂ ਜਾਂ ਘੰਟਿਆਂ ਦਾ ਹੀ ਕੰਮ ਹੁੰਦਾ ਹੈ। ਉਹ ਦੇਖ ਰਿਹਾ ਸੀ ਕਿ ਹਰ ਕੋਈ ਉਹਦੀਆਂ ਗੱਲਾਂ ਸੁਣ ਕੇ ਦੁਖੀ ਹੋ ਰਿਹਾ ਸੀ, ਪਰ ਉਹਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ। ਤੁਸੀਂ ਕੀ ਝੱਖ ਮਾਰੀ ਜਾਂਦੇ ਹੋ? ਕੋਈ ਅਕਲ ਦੀ ਗੱਲ ਕਰੋ। ਅਸੀਂ ਤਿਆਂ ਨੇ ਇੱਕੋ ਆਵਾਜ਼ 'ਚ ਨਾਰਾਜ਼ਗੀ ਪ੍ਰਗਟ ਕੀਤੀ। ਦੁਕਾਨ ਸਹਾਇਕ ਨੂੰ ਵੀ ਉਹਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ। ਅੱਛਾ ਜੀ, ਮੈਂ ਜਾਣਦਾ, ਚਮਕੀਲੀਆਂ ਅੱਖਾਂ ਵਾਲਾ ਆਦਮੀ ਨੇ ਉੱਚੀ ਬੋਲਿਆ ਕਿ ਅਸੀਂ ਸਾਰੇ ਚੁੱਪ ਕਰ ਗਏ। ਤੁਸੀਂ ਅਸਲ 'ਚ ਉਸ ਚੀਜ਼ ਬਾਰੇ ਗੱਲ ਕਰ ਰਹੇ ਹੋ ਜਿਹੜੀ ਹੋਣੀ ਚਾਹੀਦੀ ਹੈ, ਪਰ ਮੈਂ ਉਸ ਚੀਜ਼ ਦੀ ਗੱਲ ਕਰ ਰਿਹਾ ਜਿਹੜੀ ਅਸਲ ਵਿੱਚ ਹੋ ਰਹੀ ਹੈ। ਸੁੰਦਰ ਇਸਤਰੀ ਨੂੰ ਵੇਖ ਕੇ ਹਰ ਆਦਮੀ ਦੇ ਅੰਦਰ ਉਹ ਕੁਝ ਜਾਗ ਪੈਂਦਾ ਜਿਹਨੂੰ ਤੁਸੀਂ ਲੋਕ ਪਿਆਰ ਆਖਦੇ ਹੋ। ਪਰ ਤੁਸੀਂ ਬੜੀਆਂ ਖਤਰਨਾਕ ਗੱਲਾਂ ਕਰ ਰਹੇ ਹੋ। ਅਸਲੀਅਤ ਇਹ ਹੈ ਕਿ ਲੋਕਾਂ 'ਚ ਇੱਕ ਭਾਵਨਾ ਹੁੰਦੀ ਹੈ ਜਿਹਨੂੰ ਪਿਆਰ ਆਖਿਆ ਜਾਂਦਾ ਹੈ। ਇਹ ਭਾਵਨਾ ਸਾਲਾਂ ਮਹੀਨਿਆਂ ਦੀ ਤਾਂ ਗੱਲ ਛੱਡੋ, ਉਮਰ ਭਰ ਲਈ ਕਾਇਮ ਰਹਿੰਦੀ ਹੈ। ਬਿਲਕੁਲ ਨਹੀਂ, ਅਜਿਹੀ ਕੋਈ ਭਾਵਨਾ ਨਹੀਂ ਹੁੰਦੀ। ਜੇਕਰ ਅਸੀਂ ਇਹ ਸੰਭਾਵਨਾ ਮੰਨ ਲਈਏ ਕਿ ਇੱਕ ਆਦਮੀ ਇੱਕ ਤੀਵੀਂ ਨੂੰ ਉਮਰ ਭਰ ਲਈ ਚੁਣ ਲੈਂਦਾ ਹੈ, ਇਸ ਨਾਲੋਂ ਵੱਡੀ ਸੰਭਾਵਨਾ ਇਹ ਵੀ ਤਾਂ ਹੋ ਸਕਦੀ ਹੈ ਕਿ ਉਹ ਤੀਵੀਂ ਕਿਸੇ ਹੋਰ ਆਦਮੀ ਨੂੰ ਚੁਣ ਲਵੇ। ਅਸਲ 'ਚ ਹੁੰਦਾ ਵੀ ਇੰਝ ਹੀ ਹੈ ਤੇ ਸਦੀਆਂ ਤੋਂ ਹੁੰਦਾ ਆ ਰਿਹਾ, ਕਹਿ ਕੇ ਉਹਨੇ ਸਿਗਰਟ ਬਾਲ ਲਈ। ਪਰ ਇਸ ਭਾਵਨਾ ਦਾ ਦੁਪਾਸੀ ਹੋਣਾ ਵੀ ਤਾਂ ਸੰਭਵ ਹੈ, ਵਕੀਲ ਬੋਲਿਆ।
ਨਹੀਂ, ਇੰਜ ਨਹੀਂ ਹੁੰਦਾ, ਉਹ ਇੱਕਦਮ ਬੋਲਿਆ। ਜਦ ਇੱਕ ਗੱਡੀ ਮਟਰਾਂ ਨਾਲ ਭਰੀ ਜਾ ਰਹੀ ਹੋਵੇ ਤਾਂ ਤੁਹਾਡੇ ਚੁਣੇ ਹੋਏ 2 ਮਟਰਾਂ ਦੇ ਦਾਣਿਆਂ ਦਾ ਇੱਕ ਦੂਜੇ ਕੋਲ ਡਿੱਗਣਾ ਸੰਭਵ ਹੀ ਨਹੀਂ ਹੁੰਦਾ। ਨਾਲੇ ਆਦਮੀ ਤੀਵੀਂ ਦੇ ਮਾਮਲੇ 'ਚ ਭਾਂਤ-ਭਾਂਤ ਦੇ ਲੋਕ ਦੇਖ ਕੇ ਪੈਦਾ ਹੋਇਆ ਅਕੇਵਾਂ ਥਕੇਵਾਂ ਹੀ ਅਸਲ ਗੱਲ ਦਾ ਫੈਸਲਾ ਕਰਦਾ ਹੈ। ਇੱਥੇ ਸੰਭਾਵਨਾਵਾਂ ਦਾ ਨਿਯਮ ਲਾਗੂ ਹੀ ਨਹੀਂ ਹੁੰਦਾ। ਇੱਕ ਹੀ ਤੀਵੀਂ ਜਾਂ ਆਦਮੀ ਨੂੰ ਸਾਰੀ ਉਮਰ ਪਿਆਰ ਕਰੀ ਜਾਓ। ਆਖਰ ਕਿਉਂ? ਕੀ ਕਿਸੇ ਮੋਮਬੱਤੀ ਨੂੰ ਸਾਰੀ ਉਮਰ ਲਈ ਬਲਦੀ ਰੱਖਿਆ ਜਾ ਸਕਦਾ? ਉਹ ਸਿਗਰਟ ਦਾ ਖਿੱਚਵਾਂ ਕਸ਼ ਲਾਉਂਦਿਆਂ ਬੋਲਿਆ। ਪਰ ਤੁਸੀਂ ਸਿਰਫ ਸਰੀਰਕ ਪਿਆਰ ਦੀ ਗੱਲ ਕਰ ਰਹੇ ਹੋ। ਕੀ ਤੁਸੀਂ ਅਜਿਹੇ ਪਿਆਰ ਨੂੰ ਮੰਨਦੇ ਹੋ ਜਿਹੜਾ ਵਿਚਾਰਾਂ ਦੀ ਏਕਤਾ ਜਾਂ ਆਤਮਿਕ ਸਾਂਝ ਉੱਤੇ ਆਧਾਰਿਤ ਹੁੰਦਾ? ਇਸਤਰੀ ਨੇ ਪੁੱਛਿਆ। ਆਤਮਿਕ ਸਾਂਝ, ਵਿਚਾਰਾਂ ਦੀ ਏਕਤਾ? ਉਹਨੇ ਵਿਅੰਗਮਈ ਢੰਗ ਨਾਲ ਇਹਨਾਂ ਸ਼ਬਦਾਂ ਨੂੰ ਦੁਹਰਾਇਆ ਤੇ ਹੌਕਾ ਲੈ ਕੇ ਬੋਲਿਆ। ਉਸ ਹਾਲਤ ਵਿੱਚ ਇਕੱਠੇ ਸੌਣ ਦਾ ਕੋਈ ਕਾਰਨ ਨਹੀਂ ਬਣਦਾ। ਗੁਸਤਾਖੀ ਮਾਫ। ਵਿਚਾਰਾਂ ਦੀ ਸਾਂਝ ਵਾਲੇ ਬੰਦਿਆਂ ਨੂੰ ਤੁਸੀਂ ਕਦੇ ਇਕੱਠੇ ਸੌਂਦੇ ਸੁਣਿਆ? ਉਹਨੂੰ ਆਪ ਮੁਹਾਰੇ ਹਾਸਾ ਆ ਗਿਆ। ਪਰ ਦੇਖੋ, ਵਕੀਲ ਨੇ ਕਿਹਾ, ਅਸਲੀਅਤ ਤੁਹਾਡੇ ਪੱਖ ਦੀ ਵਿਰੋਧਤਾ ਕਰਦੀ ਹੈ। ਅਸੀਂ ਦੇਖਦੇ ਹਾਂ ਕਿ ਪਤੀ ਪਤਨੀ ਦਾ ਰਿਸ਼ਤਾ ਕਾਇਮ ਹੈ। ਜੇਕਰ ਸਾਰੀ ਮਨੁੱਖ ਜਾਤੀ ਨਹੀਂ, ਘੱਟੋ ਘੱਟ ਕੁਝ ਦੰਪਤੀ ਜੋੜੇ ਪਿਆਰ ਨਾਲ ਰਹਿ ਰਹੇ ਹਨ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਹੜੇ ਅੰਤਿਮ ਸਾਹਾਂ ਤੱਕ ਵਫਾਦਾਰ ਵਿਆਹਤਾ ਜੀਵਨ ਬਿਤਾ ਜਾਂਦੇ ਹਨ। ਲਿਸ਼ਕ ਦੀਆਂ ਅੱਖਾਂ ਵਾਲਾ ਆਦਮੀ ਫਿਰ ਵਿਅੰਗਮਈ ਹਾਸਾ ਹੱਸਿਆ। ਪਹਿਲਾਂ ਤੁਸੀਂ ਆਖਦੇ ਹੋ ਕਿ ਵਿਆਹ ਪਿਆਰ ਤੇ ਆਧਾਰਿਤ ਹੁੰਦਾ ਹੈ। ਜਦ ਮੈਂ ਸ਼ੱਕ ਪ੍ਰਗਟ ਕਰਦਾ ਕਿ ਸਰੀਰਕ ਪਿਆਰ ਤੋਂ ਬਿਨਾਂ ਹੋਰ ਪਿਆਰ ਹੁੰਦਾ ਹੀ ਨਹੀਂ ਤਾਂ ਤੁਸੀਂ ਵਿਆਹ ਦੀ ਹੋਂਦ ਵੱਲ ਇਸ਼ਾਰਾ ਕਰਕੇ ਪਿਆਰ ਦੀ ਹੋਂਦ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਅੱਜ ਕੱਲ੍ਹ ਦੇ ਵਿਆਹ ਵੀ ਨਿਰਾ ਧੋਖਾ ਹਨ, ਹੋਰ ਕੁਝ ਵੀ ਨਹੀਂ। ਜੀ ਨਹੀਂ, ਮੈਨੂੰ ਤੁਹਾਡੀ ਇਸ ਗੱਲ ਤੇ ਸਖਤ ਇਤਰਾਜ਼ ਹੈ, ਵਕੀਲ ਨੇ ਆਖਿਆ। ਮੈਂ ਤਾਂ ਸਿਰਫ ਇਹੀ ਕਿਹਾ ਕਿ ਵਿਆਹ ਅੱਜ ਕੱਲ੍ਹ ਵੀ ਹੁੰਦੇ ਹਨ, ਪਹਿਲਾਂ ਵੀ ਹੁੰਦੇ ਰਹੇ ਹਨ। ਠੀਕ ਹੈ, ਪਰ ਉਹ ਕਿਸ ਆਧਾਰ ਤੇ ਹੁੰਦੇ ਹਨ ਤੇ ਹਮੇਸ਼ਾ ਹੁੰਦੇ ਰਹੇ ਹਨ। ਪਰ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਵਿਆਹ 'ਚ ਕੋਈ ਪਵਿੱਤਰਤਾ ਨਜ਼ਰ ਆਉਂਦੀ ਹੈ, ਅਜਿਹੀ ਪਵਿੱਤਰਤਾ ਜਿਸ ਨਾਲ ਕੁਝ ਫਰਜ਼ ਵੀ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਨਿਭਾਉਣ ਲਈ ਉਹ ਪਰਮਾਤਮਾ ਸਾਹਮਣੇ ਜ਼ਿੰਮੇਵਾਰ ਹੁੰਦੇ ਹਨ, ਅਜਿਹੇ ਲੋਕਾਂ 'ਚ ਵਿਆਹ ਜ਼ਰੂਰ ਕਾਇਮ ਰਹਿੰਦੇ ਹਨ। ਪਰ ਸਾਡੀ ਸ਼੍ਰੇਣੀ ਦੇ ਲੋਕਾਂ 'ਚ ਨਹੀਂ। ਅਸੀਂ ਵਿਆਹ ਕਰਵਾਉਂਦੇ ਹਾਂ, ਪਰ ਸਾਨੂੰ ਸਿਵਾਏ ਸੰਭੋਗ ਕਰਨ ਦੇ ਵਿਆਹ 'ਚ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ, ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਵਿਆਹ ਤਸ਼ੱਦਦ ਜਾਂ ਧੋਖਾ ਬਣ ਕੇ ਰਹਿ ਜਾਂਦੇ ਹਨ। ਧੋਖਾ ਦੋਹਾਂ 'ਚ ਜ਼ਰਾ ਘੱਟ ਬੁਰਾਈ ਹੈ। ਪਤੀ ਪਤਨੀ ਦੋਵੇਂ ਇੱਕ ਦੂਜੇ ਨਾਲ ਵਫਾਦਾਰ ਰਹਿਣ ਦਾ ਢੋਂਗ ਰਚਦੇ। ਇਹ ਬਹੁਤ ਮਾੜੀ ਗੱਲ ਹੈ, ਪਰ ਸਹਿਣਯੋਗ ਹੈ। ਪਰ ਜਦ, ਜਿਵੇਂ ਕਿ ਅਕਸਰ ਹੁੰਦਾ ਹੈ, ਪਤੀ ਪਤਨੀ ਸਾਰੀ ਉਮਰ ਇਕੱਠੇ ਰਹਿਣ ਦਾ ਪ੍ਰਣ ਕਰਕੇ ਇਹਨੂੰ ਆਪਣਾ ਇਖਲਾਕੀ ਫਰਜ਼ ਬਣਾ ਲੈਂਦੇ ਹਨ, ਪਰ ਪਹਿਲੇ ਮਹੀਨੇ ਪਿੱਛੋਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਨ ਤੇ ਚਾਹੁੰਦੇ ਹਨ ਕਿ ਵੱਖਰੇ ਹੋ ਜਾਣ, ਪਰ ਇਕੱਠੇ ਰਹੀ ਜਾਂਦੇ ਹਨ ਤਾਂ ਹਾਲਤ ਅਸਹਿ ਤੇ ਅਕਹਿ ਪੀੜ ਦਾ ਕਾਰਨ ਬਣ ਜਾਂਦੀ ਹੈ, ਜਿਹਦਾ ਸਿੱਟਾ ਇਹ ਨਿਕਲਦਾ ਹੈ ਕਿ ਲੋਕ ਸ਼ਰਾਬਾਂ ਪੀਂਦੇ ਹਨ ਤੇ ਖੁਦਕੁਸ਼ੀਆਂ ਕਰਦੇ ਹਨ, ਇੱਕ ਦੂਜੇ ਨੂੰ ਮਾਰਨ ਲਈ ਜ਼ਹਿਰਾਂ ਦਿੰਦੇ ਹਨ। ਜਿਉਂ-ਜਿਉਂ ਬੋਲਦਾ ਗਿਆ ਉਹਦੀ ਜੋਸ਼ ਭਰੀ ਬੇਚੈਨੀ ਵੱਧਦੀ ਗਈ। ਗੱਲ ਉਹਨੇ ਇੰਨੀ ਕਾਹਲ ਨਾਲ ਮੁਕਾਈ ਜਿਵੇਂ ਉਹਨੂੰ ਡਰ ਹੋਵੇ ਕਿ ਕੋਈ ਵਿਚਕਾਰੋਂ ਹੀ ਨਾ ਟੋਕ ਦੇਵੇ। ਉਹਦੇ ਚੁੱਪ ਹੋ ਜਾਣ ਪਿੱਛੋਂ ਡੱਬੇ 'ਚ ਇੱਕਦਮ ਸਨਾਟਾ ਛਾ ਗਿਆ। ਠੀਕ ਹੈ, ਇਸ 'ਚ ਕੋਈ ਸ਼ੱਕ ਨਹੀਂ ਕਿ ਵਿਆਹਤਾ ਜੀਵਨ 'ਚ ਕਈ ਨਾਜ਼ੁਕ ਮੌਕੇ ਵੀ ਆਉਂਦੇ ਆ। ਵਕੀਲ ਨੇ ਇਸ ਜਜ਼ਬਾਤੀ ਅਸਾਧਾਰਨ ਗੱਲਬਾਤ ਨੂੰ ਖਤਮ ਕਰਨ ਦੇ ਇਰਾਦੇ ਨਾਲ ਆਖਿਆ। ਮੇਰਾ ਖਿਆਲ ਹੈ ਤੁਸੀਂ ਮੈਨੂੰ ਪਛਾਣ ਲਿਆ। ਲਿਸ਼ਕ ਦੀਆਂ ਅੱਖਾਂ ਵਾਲੇ ਆਦਮੀ ਨੇ ਬੜੀ ਨਰਮੀ ਨਾਲ ਠਰਮੇ ਦਾ ਰੂਪ ਧਾਰ ਕੇ ਆਖਿਆ। ਨਹੀਂ ਸ਼੍ਰੀਮਾਨ ਜੀ, ਮੈਨੂੰ ਅਜਿਹੀ ਖੁਸ਼ੀ ਪ੍ਰਾਪਤ ਨਹੀਂ ਹੋਈ। ਖੁਸ਼ੀ ਕਾਹਦੀ? ਮੈਂ ਉਹੀ ਪੋਜ਼ਨੀਸ਼ੇਵਾ ਜਿਹਨੂੰ, ਜਿਵੇਂ ਤੁਸੀਂ ਆਖਿਆ, ਨਾਜ਼ੁਕ ਮੌਕੇ 'ਚੋਂ ਲੰਘਣਾ ਪਿਆ ਤੇ ਮੇਰੇ ਹੱਥੋਂ ਪਤਨੀ ਦਾ ਖੂਨ ਹੋ ਗਿਆ। ਉਹਨੇ ਸਾਡੇ ਸਾਰਿਆਂ ਵੱਲ ਵੇਖ ਕੇ ਆਖਿਆ। ਹੋਰ ਗੱਲ ਕਰਨ ਦੀ ਗੁੰਜਾਇਸ਼ ਹੀ ਬਾਕੀ ਨਾ ਰਹੀ। ਅਸੀਂ ਸਾਰੇ ਚੁੱਪ ਹੋ ਗਏ। ਖੈਰ ਕੋਈ ਗੱਲ ਨਹੀਂ, ਉਹਨੇ ਪਹਿਲਾਂ ਵਰਗੀ ਅਜੀਬ ਜਿਹੀ ਹੌਕੇ ਵਰਗੀ ਆਵਾਜ਼ ਪੈਦਾ ਕਰਦਿਆਂ ਆਖਿਆ। ਮਾਫ਼ ਕਰਨਾ, ਮੇਰੀ ਤੁਹਾਨੂੰ ਔਖਾ ਕਰਨ ਦੀ ਬਿਲਕੁਲ ਕੋਈ ਇੱਛਾ ਨਹੀਂ ਸੀ। ਅੱਛਾ, ਮੈਂ ਕਹਿੰਦਾ ਹਾਂ, ਵਕੀਲ ਵਿੱਚੋਂ ਹੀ ਬੋਲ ਪਿਆ। ਮੈਂ ਕਹਿੰਦਾ ਹਾਂ ਤਾਂ ਉਹਦਾ ਕੀ ਭਾਵ ਸੀ ਉਹਨੂੰ ਖੁਦ ਵੀ ਨਹੀਂ ਸੀ ਪਤਾ। ਵਕੀਲ ਦੀ ਗੱਲ ਨੂੰ ਸੁਣੀ ਅਣਸੁਣੀ ਕਰਦਿਆਂ ਪੋਜ਼ਨੀਸ਼ੇਵ ਇੱਕਦਮ ਮੁੜ ਕੇ ਆਪਣੀ ਸੀਟ ਤੇ ਜਾ ਬੈਠਾ। ਵਕੀਲ ਤੇ ਇਸਤਰੀ ਦੋਵੇਂ ਘੁਸਰ-ਮੁਸਰ ਕਰਨ ਲੱਗ ਪਏ। ਮੈਂ ਪੋਜ਼ਨੀਸ਼ੇਵ ਦੇ ਕੋਲ ਹੀ ਬੈਠਾ ਸੀ, ਪਰ ਮੈਂ ਕੁਝ ਨਾ ਬੋਲਿਆ। ਹਨੇਰਾ ਹੋ ਜਾਣ ਕਾਰਨ ਪੜ੍ਹਿਆ ਨਹੀਂ ਸੀ ਜਾ ਸਕਦਾ, ਇਸ ਲਈ ਮੈਂ ਆਪਣੀਆਂ ਅੱਖਾਂ ਇਉਂ ਬੰਦ ਕਰ ਲਈਆਂ ਜਿਵੇਂ ਮੈਨੂੰ ਨੀਂਦ ਆ ਰਹੀ ਹੋਵੇ। ਇੰਨੇ ਚਿਰ 'ਚ ਅਗਲਾ ਸਟੇਸ਼ਨ ਵੀ ਆ ਗਿਆ। ਵਕੀਲ ਤੇ ਇਸਤਰੀ ਆਪਣਾ ਸਮਾਨ ਚੁੱਕ ਕੇ ਕਿਸੇ ਹੋਰ ਡੱਬੇ 'ਚ ਚਲੇ ਗਏ। ਦੁਕਾਨ ਸਹਾਇਕ ਨੌਜਵਾਨ ਇੱਕ ਬੈਂਚ ਉੱਤੇ ਪੈ ਕੇ ਸੌਂ ਗਿਆ। ਪੋਜ਼ਨੀਸ਼ੇਵ ਸਿਗਰਟ ਤੇ ਸਿਗਰਟ ਫੂਕੀ ਜਾ ਰਿਹਾ ਸੀ। ਨਾਲ-ਨਾਲ ਉਹ ਚਾਹ ਵੀ ਪੀ ਰਿਹਾ ਸੀ ਜਿਹੜੀ ਉਹ ਸਟੇਸ਼ਨ ਤੋਂ ਬਣਵਾ ਕੇ ਲਿਆਇਆ ਸੀ। ਮੈਂ ਜਦ ਅੱਖਾਂ ਖੋਲੀਆਂ ਤਾਂ ਮੇਰੇ ਵੱਲ ਝੁੱਕ ਕੇ ਬੜੀ ਖਿਜੀ ਹੋਈ ਪਰ ਸਪਸ਼ਟ ਆਵਾਜ਼ 'ਚ ਬੋਲਿਆ, ਹੁਣ ਜਦ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਕੌਣ ਆ ਤਾਂ ਤੁਹਾਨੂੰ ਮੇਰੇ ਨਾਲ ਸਫ਼ਰ ਕਰਨ 'ਚ ਔਖ ਮਹਿਸੂਸ ਹੋ ਰਹੀ ਹੋਏਗੀ। ਨਹੀਂ, ਬਿਲਕੁਲ ਨਹੀਂ। ਚੰਗਾ, ਫਿਰ ਚਾਹ ਪੀਓ। ਪਰ ਇਹ ਬਹੁਤ ਤੇਜ਼ ਹੈ। ਉਹਨੇ ਮੇਰੇ ਵਾਸਤੇ ਇੱਕ ਗਲਾਸ 'ਚ ਚਾਹ ਪਾ ਦਿੱਤੀ।
ਗੱਲਾਂ ਹੀ ਗੱਲਾਂ, ਨਿਰੀਆਂ ਗੱਲਾਂ, ਸਭ ਬਕਵਾਸ, ਕੋਰਾ ਝੂਠ ਉਹ ਬੋਲਿਆ। ਤੁਹਾਡਾ ਇਸ਼ਾਰਾ ਕਿਹੜੀਆਂ ਗੱਲਾਂ ਵੱਲ ਹੈ? ਮੈਂ ਪੁੱਛਿਆ। ਉਹੀ ਗੱਲ, ਉਹੀ ਉਹਨਾਂ ਦਾ ਪਿਆਰ। ਅਸਲ 'ਚ ਹੈ ਕਿ ਤੁਸੀਂ ਥੱਕ ਤਾਂ ਨਹੀਂ ਗਏ? ਨਹੀਂ, ਬਿਲਕੁਲ ਨਹੀਂ। ਤਾਂ ਫਿਰ ਜੇਕਰ ਤੁਸੀਂ ਚਾਹੋ ਮੈਂ ਤੁਹਾਨੂੰ ਦੱਸ ਸਕਦਾ ਜੋ ਕੁਝ ਮੈਂ ਕੀਤਾ ਮੈਥੋਂ ਉਸੇ ਪਿਆਰ ਨੇ ਕਰਵਾਇਆ। ਜ਼ਰੂਰ ਦੱਸੋ, ਜੇਕਰ ਤੁਹਾਨੂੰ ਦੱਸਣਾ ਦੁਖਦਾਈ ਨਾ ਜਾਪੇ ਤਾਂ। ਨਹੀਂ, ਮੈਨੂੰ ਤਾਂ ਸਗੋਂ ਜ਼ਿਆਦਾ ਚੁੱਪ ਰਹਿਣਾ ਦੁਖਦਾਈ ਲੱਗਦਾ ਹੈ। ਚਾਹ ਪੀਓ ਕਿ ਬਹੁਤ ਤੇਜ਼ ਹੈ? ਚਾਹ ਸੱਚਮੁੱਚ ਹੀ ਬੀਅਰ ਵਰਗੀ ਤੇਜ਼ ਸੀ, ਪਰ ਮੈਂ ਫਿਰ ਵੀ ਇੱਕ ਗਲਾਸ ਪੀ ਲਿਆ। ਚੈਕਰ ਸਾਡੇ ਕੋਲ ਦੀ ਲੰਘਿਆ। ਮੇਰਾ ਸਾਥੀ ਬਲਦੀਆਂ ਅੱਖਾਂ ਨਾਲ ਉਹਨੂੰ ਇਸ ਉਡੀਕ 'ਚ ਦੇਖ ਰਿਹਾ ਸੀ ਉਹ ਕਦੋਂ ਜਾਵੇ ਤੇ ਉਹ ਆਪਣੀ ਕਹਾਣੀ ਸ਼ੁਰੂ ਕਰੇ। ਅੰਗ ਤੀਸਰਾ। ਚੰਗਾ, ਫਿਰ ਸੁਣੋ। ਪਰ ਸੱਚਮੁੱਚ ਹੀ ਤੁਸੀਂ ਮੇਰੀ ਕਹਾਣੀ ਸੁਣਨਾ ਚਾਹੁੰਦੇ ਹੋ? ਮੈਂ ਫਿਰ ਹਾਂ 'ਚ ਸਿਰ ਹਿਲਾਇਆ। ਉਹ ਮਿੰਟ ਕੁ ਭਰ ਚੁੱਪ ਰਿਹਾ, ਫਿਰ ਹੱਥਾਂ ਨਾਲ ਉਹ ਆਪਣਾ ਚਿਹਰਾ ਰਗੜ ਕੇ ਬੋਲਿਆ, ਹੁਣ ਜੇਕਰ ਮੈਂ ਦੱਸਣ ਹੀ ਲੱਗਾ ਤਾਂ ਮੈਨੂੰ ਆਪਣੀ ਗੱਲ ਬਿਲਕੁਲ ਮੁੱਢੋਂ ਸੁੱਢੋਂ ਸ਼ੁਰੂ ਕਰਨੀ ਚਾਹੀਦੀ ਹੈ। ਪਹਿਲਾਂ ਮੈਨੂੰ ਇਉਂ ਵੀ ਦੱਸਣਾ ਚਾਹੀਦਾ ਕਿ ਮੈਂ ਵਿਆਹ ਕਿਉਂ ਕਰਵਾਇਆ ਤੇ ਵਿਆਹ ਤੋਂ ਪਹਿਲਾਂ ਮੈਂ ਕਿਹੋ ਜਿਹਾ ਆਦਮੀ ਸੀ। ਵਿਆਹ ਤੋਂ ਪਹਿਲਾਂ ਮੇਰਾ ਜੀਵਨ ਸਾਡੀ ਸ਼੍ਰੇਣੀ ਦੇ ਹੋਰਨਾਂ ਬੰਦਿਆਂ ਵਰਗਾ ਹੀ ਸੀ। ਮੈਂ ਵਿਸਵੇਦਾਰ ਹਾਂ, MA ਪਾਸ ਹਾਂ, ਮੈਨੂੰ ਮਾਰਸ਼ਲ ਆਫ ਨੋਬਿਲਿਟੀ ਦਾ ਖਿਤਾਬ ਮਿਲਿਆ ਹੋਇਆ। ਵਿਆਹ ਤੋਂ ਪਹਿਲਾਂ ਹੋਰਨਾਂ ਵਰਗੇ ਜੀਵਨ ਤੋਂ ਭਾਵ ਹੈ ਕਿ ਮੈਂ ਲੁੱਚਿਆਂ ਲਫਾਂਗਿਆਂ ਵਰਗਾ ਜੀਵਨ ਬਤੀਤ ਕਰਦਾ ਸੀ। ਆਪਣੀ ਸ਼੍ਰੇਣੀ ਦੇ ਦੂਜੇ ਲੋਕਾਂ ਵਾਂਗ ਮੈਨੂੰ ਵੀ ਪੂਰਾ ਯਕੀਨ ਸੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਕਿ ਮੈਂ ਬਿਲਕੁਲ ਠੀਕ ਗੱਲ ਕਰ ਰਿਹਾ ਸੀ ਤੇ ਆਪਣੇ ਆਪ ਨੂੰ ਮੈਂ ਬੜਾ ਚੰਗਾ ਤੇ ਸ਼ਰੀਫ ਆਦਮੀ ਸਮਝਦਾ ਸੀ। ਫਿਰ ਵੀ ਮੈਂ ਤੀਵੀਆਂ ਉਧਾੜੂ ਨਹੀਂ ਸੀ। ਨਾ ਹੀ ਮੇਰੇ ਸਵਾਦ ਆਚਰਨ ਤੋਂ ਗਿਰੇ ਹੋਏ ਸਨ, ਨਾ ਹੀ ਮੈਂ ਇਹਨਾਂ ਗੱਲਾਂ ਨੂੰ ਆਪਣੀ ਹਾਣੀਆਂ ਵਾਂਗ ਆਪਣੇ ਜੀਵਨ ਦੀ ਮੁੱਖ ਦਿਲਚਸਪੀ ਸਮਝਦਾ ਸੀ। ਆਪਣੀ ਕਾਮ ਵਾਸ਼ਨਾ ਦੀ ਪੂਰਤੀ ਮੈਂ ਠੁੱਕਦਾਰ ਗੌਰਵਤਾ ਭਰਪੂਰ ਢੰਗ ਨਾਲ ਕਰਦਾ ਸੀ, ਉਹ ਵੀ ਸਿਰਫ ਆਪਣੀ ਸਿਹਤ ਖਾਤਰ। ਗੂੜਾ ਪਿਆਰ ਪਾ ਕੇ ਜੰਮੇ ਬੱਚੇ ਜੰਮਣ ਵਾਲੀਆਂ ਬੋਝ ਸਾਬਤ ਹੋਣ ਵਾਲੀਆਂ ਇਸਤਰੀਆਂ ਤੋਂ ਮੈਂ ਬਚ ਕੇ ਰਹਿੰਦਾ ਸੀ। ਅਸਲ 'ਚ ਬੱਚੇ ਵੀ ਹੋਏ ਹੋਣਗੇ, ਗੂੜੇ ਪਿਆਰ ਵੀ ਪਏ ਹੋਣਗੇ, ਪਰ ਮੈਂ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦਾ। ਇਸ ਗੱਲ ਨੂੰ ਮੈਂ ਉੱਚੇ ਦਰਜੇ ਦਾ ਇਖਲਾਕ ਹੀ ਨਹੀਂ ਸੀ ਸਮਝਦਾ, ਸਗੋਂ ਮੈਨੂੰ ਇਸ ਗੱਲ ਦਾ ਮਾਣ ਵੀ ਸੀ। ਉਹ ਚੁੱਪ ਹੋ ਗਿਆ ਤੇ ਹੌਕਾ ਲੈ ਕੇ ਬੋਲਿਆ, ਸਭ ਤੋਂ ਗੰਦੀ ਗੱਲ ਉਹੀ ਚੀਜ਼ ਸੀ। ਰੋਣ ਵਾਲਿਆਂ ਵਾਂਗ ਉਹਦੀ ਆਵਾਜ਼ ਭਰੜਾ ਗਈ। ਵਿਭਚਾਰ ਸਰੀਰਕ ਕਿਰਿਆ 'ਚ ਨਹੀਂ, ਸਰੀਰਕ ਕਿਰਿਆ 'ਚ ਵਿਭਚਾਰ ਵਰਗੀ ਕੋਈ ਗੱਲ ਹੀ ਨਹੀਂ। ਅਸਲੀ ਵਿਭਚਾਰ ਤਾਂ ਉਸ ਇਸਤਰੀ ਸੰਬੰਧੀ ਸਾਰੀਆਂ ਇਖਲਾਕੀ ਜ਼ਿੰਮੇਵਾਰੀਆਂ ਭੁੱਲਣ 'ਚ ਹੈ ਜਿਸ ਨਾਲ ਅਸੀਂ ਸਰੀਰਕ ਸੰਬੰਧ ਪੈਦਾ ਕਰਦੇ ਹਾਂ। ਮੈਂ ਅਜਿਹੀ ਇਖਲਾਕੀ ਜ਼ਿੰਮੇਵਾਰੀ ਭੁੱਲਣ ਨੂੰ ਆਪਣੀ ਬਹੁਤ ਵੱਡੀ ਕਾਮਯਾਬੀ ਸਮਝਦਾ ਸੀ। ਇੱਕ ਵਾਰ ਇੱਕ ਇਸਤਰੀ ਨੇ ਪਿਆਰ ਵਸ ਹੋ ਕੇ ਆਪਣਾ ਆਪ ਮੇਰੇ ਹਵਾਲੇ ਕਰ ਦਿੱਤਾ, ਪਰ ਮੈਂ ਉਹਨੂੰ ਪੈਸੇ ਦੇਣੇ ਭੁੱਲ ਗਿਆ। ਕਈ ਰਾਤਾਂ ਮੈਂ ਸੌਂ ਨਾ ਸਕਿਆ। ਮੇਰੀ ਜ਼ਮੀਰ ਦੀਆਂ ਤਿੱਖੀਆਂ ਚੁੱਭਾਂ ਮੈਨੂੰ ਅੱਜ ਵੀ ਯਾਦ ਹਨ। ਉਹਨੂੰ ਪੈਸੇ ਭੇਜਣ ਪਿੱਛੋਂ ਮੇਰੇ ਮਨ ਨੂੰ ਸ਼ਾਂਤੀ ਆਈ। ਅਜਿਹਾ ਕਰਕੇ ਮੈਂ ਆਪਣੀ ਇਖਲਾਕੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਗਿਆ ਮਹਿਸੂਸ ਕੀਤਾ। ਤੁਸੀਂ ਇਸ ਤਰ੍ਹਾਂ ਸਿਰ ਹਿਲਾ ਰਹੇ ਹੋ ਜਿਵੇਂ ਮੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ। ਉਹਨੇ ਅਚਾਨਕ ਉੱਚੀ ਆਵਾਜ਼ 'ਚ ਆਖਿਆ, ਮੈਂ ਚੰਗੀ ਤਰ੍ਹਾਂ ਜਾਣਦਾ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ। ਕੋਈ ਦੁਰਲੱਭ ਵਿਅਕਤੀ ਭਾਵੇਂ ਵੱਖਰਾ ਹੋਵੇ, ਜਵਾਨੀ 'ਚ ਹਰ ਕਿਸੇ ਦੇ ਵਿਚਾਰ ਮੇਰੇ ਵਰਗੇ ਹੀ ਹੁੰਦੇ ਹਨ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮਾਫ਼ ਕਰਨਾ, ਉਹਨੇ ਆਖਿਆ, ਮੈਂ ਕਹਿਣੋਂ ਰੁਕ ਨਹੀਂ ਸਕਦਾ। ਇਹ ਬਹੁਤ ਹੀ ਭਿਆਨਕ ਗੱਲ ਹੈ, ਬੇਹੱਦ ਭਿਆਨਕ, ਅੰਤਾਂ ਦੀ ਭਿਆਨਕ। ਕਿਹੜੀ ਗੱਲ ਭਿਆਨਕ ਹੈ ਇੰਨੀ? ਮੈਂ ਪੁੱਛਿਆ। ਇਸਤਰੀਆਂ ਨਾਲ ਸਾਡੇ ਰਿਸ਼ਤੇ, ਰਿਸ਼ਤਿਆਂ ਨਾਲ ਸੰਬੰਧਿਤ ਸਾਡੀਆਂ ਗਲਤੀਆਂ ਦੀਆਂ ਅਖਲਾਕੀ ਖਾਈਆਂ ਜਿਨ੍ਹਾਂ 'ਚ ਅਸੀਂ ਰਹਿੰਦੇ ਹਾਂ, ਇਹ ਸਭ ਕੁਝ ਭਿਆਨਕ ਹੈ। ਨਹੀਂ, ਮੈਂ ਇਸ ਵਿਸ਼ੇ ਬਾਰੇ ਠੰਡੇ ਦਿਲ ਨਾਲ ਨਹੀਂ ਬੋਲ ਸਕਦਾ। ਅਜਿਹਾ ਇਸ ਕਰਕੇ ਨਹੀਂ ਕਿ ਉਹ ਨਾਜ਼ੁਕ ਮੌਕਾ ਮੇਰੀ ਜ਼ਿੰਦਗੀ 'ਚ ਆਇਆ ਜਿਸ ਬਾਰੇ ਉਹ ਵਕੀਲ ਗੱਲ ਕਰ ਰਿਹਾ ਸੀ, ਪਰ ਜਿਸ ਦਿਨ ਤੋਂ ਭਾਣਾ ਵਰਤਿਆ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਤੇ ਮੈਨੂੰ ਚੀਜ਼ਾਂ ਵੱਖਰੇ ਰੰਗ 'ਚ ਨਜ਼ਰ ਆਉਂਦੀਆਂ ਹਨ। ਪਹਿਲਾਂ ਜੋ ਕੁਝ ਮੇਰੇ ਅੰਦਰ ਸੀ ਹੁਣ ਬਾਹਰ ਦਿਖਾਈ ਦਿੰਦਾ ਹੈ। ਉਹਨੇ ਸਿਗਰਟ ਲਾਈ, ਗੋਡਿਆਂ ਉੱਤੇ ਕੂਣੀਆਂ ਰੱਖ ਕੇ ਅੱਗੇ ਵੱਲ ਝੁੱਕ ਕੇ ਮੁੜ ਬੋਲਣ ਲੱਗ ਪਿਆ। ਹਨੇਰੇ 'ਚ ਮੈਨੂੰ ਉਹਦਾ ਚਿਹਰਾ ਦਿਖਾਈ ਨਹੀਂ ਸੀ ਦੇ ਰਿਹਾ, ਪਰ ਗੱਡੀ ਦੇ ਖੜਕੇ ਵਿੱਚ ਵੀ ਉਹਦੀ ਗੰਭੀਰ ਪਰ ਰੌਚਕ ਆਵਾਜ਼ ਸੁਣਾਈ ਦੇ ਰਹੀ ਸੀ। ਅੰਗ ਚੌਥਾ। ਹਾਂ, ਇਸ ਤਰ੍ਹਾਂ ਜਿਵੇਂ ਮੈਂ ਦੁਖੀ ਹੋਇਆ ਦੁੱਖ ਭੋਗਣ ਪਿੱਛੋਂ ਹੀ ਆਖਰਕਾਰ ਮੈਂ ਅਨੁਭਵ ਕਰ ਸਕਿਆ ਕਿ ਬੁਰਾਈ ਦੀਆਂ ਜੜ੍ਹਾਂ ਕਿੱਥੇ ਹਨ ਤੇ ਅਸਲ 'ਚ ਹੋਣਾ ਕੀ ਚਾਹੀਦਾ ਹੈ। ਇਸੇ ਕਾਰਨ ਹੀ ਜੋ ਕੁਝ ਹੋ ਰਿਹਾ ਉਹਦੀ ਭਿਆਨਕਤਾ ਦਿਸਣ ਲੱਗ ਪਈ। ਹੁਣ ਮੈਨੂੰ ਇਹ ਦੱਸਣ ਦੀ ਆਗਿਆ ਦਿਓ ਕਿ ਉਹ ਸਭ ਕੁਝ ਕਦੋਂ ਤੇ ਕਿਵੇਂ ਵਾਪਰਨਾ ਸ਼ੁਰੂ ਹੋਇਆ ਜਿਸ ਕਾਰਨ ਮੈਨੂੰ ਉਹ ਨਾਜ਼ੁਕ ਪਲ ਦੇਖਣਾ ਪਿਆ। ਮੈਂ ਅਜੇ 16 ਸਾਲ ਦਾ ਵੀ ਨਹੀਂ ਸੀ ਜਦੋਂ ਇਹ ਗੱਲਾਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲੀ ਘਟਨਾ ਵੇਲੇ ਮੈਂ ਸਕੂਲ ਦਾ ਵਿਦਿਆਰਥੀ ਸੀ ਤੇ ਮੇਰਾ ਵੱਡਾ ਭਰਾ ਯੂਨੀਵਰਸਿਟੀ 'ਚ ਪਹਿਲੇ ਸਾਲ 'ਚ ਪੜ੍ਹਦਾ ਸੀ। ਕਹਿਣ ਨੂੰ ਭਾਵੇਂ ਮੈਂ ਅਜੇ ਕੁਆਰਾ ਸੀ, ਪਰ ਆਪਣੀ ਸ਼੍ਰੇਣੀ ਦੇ ਹੋਰਨਾਂ ਬਦਕਿਸਮਤ ਮੁੰਡਿਆਂ ਵਾਂਗ ਨਿਰਦੋਸ਼ ਨਹੀਂ ਸੀ। 2 ਸਾਲਾਂ ਤੋਂ ਭੈੜੇ ਮੁੰਡਿਆਂ ਦੀ ਸੋਬਤ 'ਚ ਰਹਿਣ ਕਰਕੇ ਮੈਂ ਵਿਗੜ ਗਿਆ ਸੀ।
ਮੈਨੂੰ ਇਸਤਰੀਆਂ ਤੰਗ ਕਰਨ ਲੱਗ ਪਈਆਂ ਸਨ। ਤੰਗ ਕਰਨ ਵਾਲੀ ਕੋਈ ਇਸਤਰੀ ਨਹੀਂ ਸੀ, ਸਗੋਂ ਇਸਤਰੀਆਂ ਦਾ ਨੰਗੇਜ਼ ਮੇਰੇ ਅੰਦਰ ਉਹਨਾਂ ਪ੍ਰਤੀ ਲਾਲਸਾ ਜਗਾਉਣ ਲੱਗ ਪਿਆ ਸੀ। ਇਕਾਂਤ 'ਚ ਮੈਂ ਸ਼ੁੱਧ ਨਾ ਰਹਿ ਸਕਦਾ। ਮੈਨੂੰ ਇਹ ਸਾਰੇ ਕਸ਼ਟ ਝੱਲਣੇ ਪਏ ਜਿਹੜੀ ਸਾਡੀ ਸ਼੍ਰੇਣੀ ਦੇ 99% ਮੁੰਡਿਆਂ ਨੂੰ ਝੱਲਣੇ ਪੈਂਦੇ ਹਨ। ਮੈਂ ਭੈਭੀਤ ਹੋ ਜਾਂਦਾ, ਦੁਖੀ ਹੁੰਦਾ, ਰੱਬ ਅੱਗੇ ਅਰਦਾਸਾਂ ਕਰਦਾ, ਪਰ ਫਿਰ ਪਹਿਲਾਂ ਵਾਂਗ ਹੀ ਗੁਨਾਹ ਦਾ ਸ਼ਿਕਾਰ ਹੋ ਜਾਂਦਾ। ਮੈਂ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੇ ਗੁਨਾਹ ਕਰਦਾ ਸੀ, ਪਰ ਅਜੇ ਮੈਂ ਅੰਤਿਮ ਗੁਨਾਹ ਨਹੀਂ ਕੀਤਾ ਸੀ। ਆਪਣੇ ਆਪ ਨੂੰ ਬਰਬਾਦ ਕਰ ਰਿਹਾ ਸੀ, ਪਰ ਅਜੇ ਮੈਂ ਕਿਸੇ ਹੋਰ ਪ੍ਰਾਣੀ ਨੂੰ ਹੱਥ ਨਹੀਂ ਸੀ ਪਾਇਆ। ਇੱਕ ਖੁਸ਼ ਤਬੀਅਤ ਵਿਦਿਆਰਥੀ ਮੇਰੇ ਭਰਾ ਦਾ ਦੋਸਤ ਸੀ। ਉਹਨਾਂ ਚੰਗੇ ਸਾਥੀਆਂ ਵਰਗਾ ਮਿੱਤਰ ਸੀ ਜਿਹੜੇ ਦੂਜਿਆਂ ਨੂੰ ਜੂਆ ਖੇਡਣ ਤੇ ਸ਼ਰਾਬ ਪੀਣਾ ਸਿਖਾਉਂਦੇ ਹਨ। ਇੱਕ ਸ਼ਰਾਬ ਪਾਰਟੀ ਪਿੱਛੋਂ ਉਹਨੇ ਸਾਨੂੰ ਆਖਿਆ, ਚਲੋ ਆਪਾਂ ਉੱਥੋਂ ਚੱਲੀਏ। ਅਸੀਂ ਦੋਵੇਂ ਭਰਾ ਉਹਦੇ ਨਾਲ ਚੱਲ ਪਏ। ਮੇਰਾ ਭਰਾ ਵੀ ਕੁਆਰਾ ਸੀ। ਉਸ ਰਾਤ ਉਹ ਵੀ ਗੁਨਾਹ ਦੇ ਚਿੱਕੜ 'ਚ ਡਿੱਗ ਪਿਆ। ਇਸ ਗੱਲੋਂ ਬਿਲਕੁਲ ਅਣਜਾਣ ਕਿ ਅਸੀਂ ਕੀ ਕਰ ਰਹੇ ਸੀ। ਮੈਂ ਇਕੱਲੜ ਮੁਟਿਆਰ ਨਾਲ ਗੰਦਾ ਕੰਮ ਕੀਤਾ। ਇਹ ਮੇਰਾ ਪਹਿਲਾ ਅਸਲੀ ਗੁਨਾਹ ਸੀ। ਉਦੋਂ ਮੇਰੀ ਉਮਰ ਸਿਰਫ 15 ਸਾਲ ਦੀ ਸੀ। ਬਜ਼ੁਰਗਾਂ ਦੇ ਮੂੰਹੋਂ ਮੈਂ ਕਦੇ ਵੀ ਨਹੀਂ ਸੁਣਿਆ ਸੀ ਕਿ ਜੋ ਕੁਝ ਮੈਂ ਕੀਤਾ ਗਲਤ ਸੀ। ਅੱਜ ਕੱਲ੍ਹ ਵੀ ਕਿਸੇ ਮੁੰਡੇ ਨੂੰ ਇਹ ਗੱਲ ਨਹੀਂ ਦੱਸੀ ਜਾਂਦੀ। ਇਹ ਠੀਕ ਹੈ ਕਿ ਬਾਈਬਲ 'ਚ ਲਿਖੇ 10 ਰੱਬੀ ਹੁਕਮਾਂ 'ਚ ਇਸ ਗੱਲ ਨੂੰ ਗਲਤ ਆਖਿਆ ਗਿਆ, ਪਰ 10 ਰੱਬੀ ਹੁਕਮ ਤਾਂ ਇਸ ਲਈ ਯਾਦ ਕਰਨੇ ਪੈਂਦੇ ਹੈ ਤਾਂ ਜੋ ਬਾਈਬਲ ਦੀ ਪ੍ਰੀਖਿਆ ਵੇਲੇ ਉਹਨਾਂ ਬਾਰੇ ਪੁੱਛੇ ਪ੍ਰਸ਼ਨਾਂ ਦੇ ਠੀਕ ਉੱਤਰ ਦੇ ਸਕੀਏ। ਨਹੀਂ ਤਾਂ ਇਹਨਾਂ ਦੀ ਵੀ ਕੋਈ ਲੋੜ ਨਹੀਂ ਸੀ। ਇਹਨਾਂ ਦਾ ਗਿਆਨ ਤਾਂ ਵਿਆਕਰਨ ਵਿੱਚ ਸੰਧੀਕਰਨ ਦੇ ਨਿਯਮਾਂ 'ਚ ਕਿਸੇ ਸ਼ਬਦ ਦੀ ਮਹੱਤਤਾ ਜਿੰਨਾ ਵੀ ਜ਼ਰੂਰੀ ਨਹੀਂ। ਇਸੇ ਤਰ੍ਹਾਂ ਮੇਰੇ ਵਡੇਰਿਆਂ ਵਿੱਚੋਂ ਜਿਨ੍ਹਾਂ ਦੀ ਰਾਏ ਮੈਂ ਕਦਰ ਕਰਦਾ ਸੀ, ਕਿਸੇ ਨੇ ਵੀ ਦੱਸਿਆ ਨਹੀਂ ਸੀ ਕਿ ਜੋ ਕੁਝ ਮੈਂ ਕਰ ਰਿਹਾ ਸੀ ਗਲਤ ਸੀ। ਸਗੋਂ ਉਹਦੇ ਉਲਟ ਜਿਨ੍ਹਾਂ ਲੋਕਾਂ ਦੀ ਮੈਂ ਇੱਜ਼ਤ ਕਰਦਾ ਸੀ ਉਹਨਾਂ ਦੇ ਮੂੰਹ ਇਸ ਗੱਲ ਨੂੰ ਠੀਕ ਕਹਿੰਦੇ ਹੀ ਸੁਣਿਆ ਸੀ। ਮੈਨੂੰ ਸਗੋਂ ਇਹ ਦੱਸਿਆ ਗਿਆ ਕਿ ਮੇਰੇ ਕਸ਼ਟਾਂ ਤੇ ਮੇਰੀਆਂ ਮਾਨਸਿਕ ਪਰੇਸ਼ਾਨੀਆਂ ਦਾ ਇਹੀ ਇਲਾਜ ਸੀ। ਮੈਂ ਇਹ ਵੀ ਸੁਣਿਆ ਤੇ ਪੜ੍ਹਿਆ ਸੀ ਕਿ ਇਹ ਚੀਜ਼ ਸਿਹਤ ਵਾਸਤੇ ਚੰਗੀ ਹੈ। ਆਪਣੇ ਸਾਥੀਆਂ ਨੂੰ ਇਹ ਵੀ ਕਹਿੰਦੇ ਸੁਣਿਆ ਸੀ ਕਿ ਇਹ ਗੱਲ ਕਰਨੀ ਠੀਕ ਤਾਂ ਹੈ ਹੀ, ਮਰਦਾਨਗੀ ਵੀ ਸਮਝੀ ਜਾਂਦੀ ਹੈ। ਇਸ ਤਰ੍ਹਾਂ ਸਮੁੱਚੇ ਤੌਰ ਤੇ ਮੈਨੂੰ ਇਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਸੀ ਆਉਂਦੀ। ਬਿਮਾਰੀ ਚਿੰਬੜਨ ਦਾ ਡਰ, ਇਹਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਸੀ। ਸਿਆਣੀ ਸਰਕਾਰ ਨੇ ਇਸ ਸੰਬੰਧੀ ਕਈ ਪ੍ਰਬੰਧ ਕਰ ਰੱਖੇ ਸੀ। ਸਰਕਾਰ ਇਸ ਗੱਲ ਦਾ ਖਿਆਲ ਰੱਖਦੀ ਸੀ ਕਿ ਵੇਸਵਾ ਘਰ ਉਹਦੀ ਨਿਗਰਾਨੀ 'ਚ ਚੱਲਣ ਤਾਂ ਜੋ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਬਿਮਾਰੀ ਦਾ ਖਤਰਾ ਸਹੇੜੇ ਬਿਨਾਂ ਕਾਮ ਵਾਸਨਾ ਦੀ ਪੂਰਤੀ ਕਰ ਸਕਣ। ਇਸ ਕੰਮ ਲਈ ਉਹ ਡਾਕਟਰਾਂ ਨੂੰ ਤਨਖਾਹਾਂ ਦਿੰਦੀ ਹੈ। ਇਸ ਸਭ ਕਾਸੇ ਨੂੰ ਕੁਦਰਤੀ ਸਮਝਿਆ ਜਾਂਦਾ ਹੈ। ਇਹ ਗੱਲ ਸਵੀਕਾਰ ਕਰ ਲਈ ਗਈ ਹੈ ਕਿ ਕਾਮ ਪੂਰਤੀ ਸਿਹਤ ਲਈ ਚੰਗੀ ਚੀਜ਼ ਹੈ। ਇਸ ਲਈ ਸਰਕਾਰ ਨੂੰ ਵਧੀਆ ਤੇ ਸਾਫ਼ ਸੁਥਰਾ ਵਿਚਾਰ ਕਰਨ ਦੇ ਹਾਲਾਤ ਪੈਦਾ ਕਰਨੇ ਪੈਂਦੇ ਹਨ। ਮੈਂ ਅਜਿਹੀਆਂ ਮਾਵਾਂ ਨੂੰ ਜਾਣਦਾ ਜਿਹੜੀਆਂ ਆਪਣੇ ਪੁੱਤਰਾਂ ਲਈ ਇਹਨਾਂ ਗੱਲਾਂ ਦਾ ਆਪ ਪ੍ਰਬੰਧ ਕਰਦੀਆਂ ਹਨ। ਸਾਇੰਸ ਖੁਦ ਨੌਜਵਾਨਾਂ ਨੂੰ ਵੇਸਵਾ ਘਰਾਂ 'ਚ ਭੇਜਦੀ ਹੈ। ਸਾਇੰਸ? ਮੈਂ ਹੈਰਾਨ ਹੋ ਕੇ ਪੁੱਛਿਆ, ਕਿ ਡਾਕਟਰ ਸਾਇੰਸਦਾਨ ਨਹੀਂ ਹੁੰਦੇ? ਸਾਇੰਸ ਦੇ ਪੁਰੋਹਿਤ ਡਾਕਟਰ ਹੀ ਤਾਂ ਹਨ ਜਿਹੜੇ ਸਾਡੇ ਨੌਜਵਾਨਾਂ ਨੂੰ ਇਹ ਦੱਸ ਕੇ ਵਿਚਾਰੇ ਬਣਾਉਂਦੇ ਹੈ ਕਿ ਸਿਹਤ ਵਾਸਤੇ ਇਹਦੀ ਬਹੁਤ ਲੋੜ ਹੈ। ਫਿਰ ਜਦ ਨੌਜਵਾਨ ਆਤਸ਼ਿਕ ਵਰਗੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੈ, ਉਹ ਗੰਭੀਰ ਜਿਹਾ ਮੂੰਹ ਬਣਾ ਕੇ ਉਹਨਾਂ ਦਾ ਇਲਾਜ ਕਰਨ ਲੱਗ ਪੈਂਦੇ ਹੈ। ਉਹ ਆਤਸ਼ਿਕ ਦਾ ਇਲਾਜ ਕਿਉਂ ਨਾ ਕਰਨ? ਕਿਉਂਕਿ ਆਤਸ਼ਿਕ ਦੇ ਇਲਾਜ ਉੱਪਰ ਜਿੰਨਾ ਖਰਚ ਹੁੰਦਾ ਹੈ, ਜੇ ਉਹਦਾ 10ਵਾਂ ਹਿੱਸਾ ਵੀ ਵਿਚਾਰ ਖਤਮ ਕਰਨ ਤੇ ਲਾਇਆ ਜਾਏ ਤਾਂ ਆਤਸ਼ਿਕ ਆਪਣੇ ਆਪ ਖਤਮ ਹੋ ਜਾਏਗੀ। ਪਰ ਸਾਡੀਆਂ ਕੋਸ਼ਿਸ਼ਾਂ ਵਿਚਾਰ ਨੂੰ ਖਤਮ ਕਰਨ ਦੀ ਬਜਾਏ ਇਹਨੂੰ ਪ੍ਰਫੁੱਲਤ ਕਰਨ ਤੇ ਖਰਚ ਹੁੰਦੀਆਂ, ਇਹਨੂੰ ਖਤਰੇ ਰਹਿਤ ਬਣਾਉਣ ਉੱਤੇ ਖਰਚ ਹੁੰਦੀਆਂ। ਪਰ ਅਸਲ ਨੁਕਤਾ ਇਹ ਨਹੀਂ। ਅਸਲ ਨੁਕਤਾ ਇਹ ਹੈ ਕਿ ਅਮੀਰ ਤੇ ਗਰੀਬ ਦੋਵਾਂ ਸ਼੍ਰੇਣੀਆਂ ਦੇ 90% ਮੁੰਡਿਆਂ ਵਾਂਗ ਮੈਂ ਕਿਸੇ ਅਜਿਹੀ ਇਸਤਰੀ ਖਾਤਰ ਗੁਨਾਹ ਨਹੀਂ ਸੀ ਕਰਦਾ ਜਿਹਦੀਆਂ ਅਦਾਵਾਂ ਨੇ ਮੈਨੂੰ ਬੇਕਰਾਰ ਕੀਤਾ ਹੋਵੇ। ਮੈਂ ਗੁਨਾਹ ਕਰਦਾ ਸਾਂ ਉਸ ਸਮਾਜ ਸਦਕਾ ਜਿਸ 'ਚ ਮੈਂ ਰਹਿ ਰਿਹਾ ਸਾਂ। ਮੈਂ ਗੁਨਾਹ ਕਰਦਾ ਸਾਂ ਕਿਉਂਕਿ ਮੇਰੇ ਆਲੇ ਦੁਆਲੇ ਲੋਕ ਇੱਕ ਤਾਂ ਇਹਨੂੰ ਸਿਹਤ ਲਈ ਠੀਕ ਸਮਝਦੇ ਸਨ ਤੇ ਦੂਜਾ ਉਹਨਾਂ ਅਨੁਸਾਰ ਇਹ ਨੌਜਵਾਨਾਂ ਦਾ ਸ਼ੁਗਲ ਸੀ। ਉਹਨਾਂ ਦੀਆਂ ਨਜ਼ਰਾਂ 'ਚ ਕੇਵਲ ਬਖਸ਼ਿਆ ਜਾਣ ਵਾਲਾ ਗੁਨਾਹ ਹੀ ਨਹੀਂ, ਸਗੋਂ ਇੱਕ ਮਾਸੂਮ ਜਿਹੀ ਗਲਤੀ ਸੀ। ਖੁਦ ਮੈਂ ਵੀ ਇਹਨੂੰ ਗੁਨਾਹ ਨਹੀਂ ਸਮਝਦਾ, ਸਗੋਂ ਇੱਕ ਤਾਂ ਮੈਂ ਇਹਨੂੰ ਸ਼ੁਗਲ ਸਮਝ ਕੇ ਕਰਦਾ ਸੀ ਤੇ ਦੂਜਾ ਖਾਸ ਉਮਰ ਦੀਆਂ ਲੋੜਾਂ ਦੀ ਪੂਰਤੀ ਲਈ ਕਰਦਾ ਸੀ। ਸਿੱਟਾ ਹੋਇਆ ਕਿ ਮੈਂ ਕਾਮ ਵਾਸ਼ਨਾ ਦੀ ਤ੍ਰਿਪਤੀ ਵੀ ਉਸੇ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਪਹਿਲਾਂ ਮੈਂ ਸਿਗਰਟ ਤੇ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ। ਪਰ ਮੇਰਾ ਪਹਿਲਾ ਗੁਨਾਹ ਕੋਈ ਸਧਾਰਨ ਘਟਨਾ ਨਹੀਂ ਸੀ। ਉਸ ਵਿੱਚ ਕੋਈ ਅਸਾਧਾਰਨ ਗੱਲ ਸੀ ਜਿਸ ਨਾਲ ਮੈਂ ਧੁਰ ਅੰਦਰ ਤੱਕ ਝੰਜੋੜਿਆ ਗਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਅਜੇ ਕਮਰੇ 'ਚੋਂ ਬਾਹਰ ਵੀ ਨਹੀਂ ਨਿਕਲਿਆ ਸੀ ਕਿ ਮੇਰੇ ਉੱਪਰ ਘੋਰ ਉਦਾਸੀ ਛਾ ਗਈ। ਮੈਂ ਰੋਣਾ ਚਾਹੁੰਦਾ ਸੀ ਆਪਣੀ ਗੁਆਚੀ ਮਾਸੂਮੀਅਤ ਲਈ। ਮੈਂ ਰੋਣਾ ਚਾਹੁੰਦਾ ਸੀ ਸਧਾਰਨ ਇਸਤਰੀਆਂ ਦੇ ਉਸ ਕੁਦਰਤੀ ਰਿਸ਼ਤੇ ਲਈ ਜਿਹੜਾ ਹਮੇਸ਼ਾ ਲਈ ਖਤਮ ਹੋ ਗਿਆ ਸੀ।
ਮੇਰੀ ਪਵਿੱਤਰਤਾ ਹਮੇਸ਼ਾ ਲਈ ਖਤਮ ਹੋ ਗਈ ਤੇ ਮੁੜ ਮੈਂ ਕਦੇ ਵੀ ਪਵਿੱਤਰ ਨਾ ਬਣ ਸਕਿਆ। ਮੈਂ ਸੱਚਮੁੱਚ ਵਿਭਚਾਰੀ ਬਣ ਗਿਆ। ਵਿਭਚਾਰੀ ਬਣਨ ਦਾ ਭਾਵ ਸੀ ਹਰ ਸਮੇਂ ਸ਼ਰਾਬੀ ਵਰਗੀ ਹਾਲਤ ਵਿੱਚ ਰਹਿਣਾ, ਸਿਗਰਟਾਂ ਪੀਣੀਆਂ, ਨਸ਼ੇ ਪੱਤੇ ਛਕੀ ਜਾਣੇ। ਜਿਵੇਂ ਸ਼ਰਾਬੀ, ਅਫੀਮੀ, ਭੰਗੀ, ਪੋਸਤੀ ਸਧਾਰਨ ਆਦਮੀ ਨਹੀਂ ਹੁੰਦੇ, ਬਿਲਕੁਲ ਉਸੇ ਤਰ੍ਹਾਂ ਜਿਸ ਆਦਮੀ ਨੇ ਤੀਵੀਆਂ ਹੰਡਾਉਣ ਦਾ ਸ਼ੁਗਲ ਪਾਲ ਰੱਖਿਆ ਹੋਵੇ, ਸਧਾਰਨ ਆਦਮੀ ਨਹੀਂ ਰਹਿੰਦਾ, ਹਮੇਸ਼ਾ ਲਈ ਵਿਗੜ ਜਾਂਦਾ ਹੈ, ਵਿਭਚਾਰੀ ਬਣ ਜਾਂਦਾ ਹੈ। ਜਿਵੇਂ ਸ਼ਰਾਬੀ ਤੇ ਅਮਲੀ ਪੋਸਤੀ ਨੂੰ ਉਹਦੇ ਚਿਹਰੇ ਤੋਂ ਪਛਾਣਿਆ ਜਾ ਸਕਦਾ ਹੈ, ਉਸੇ ਤਰ੍ਹਾਂ ਇੱਕ ਵਿਭਚਾਰੀ ਨੂੰ ਪਛਾਣਿਆ ਜਾ ਸਕਦਾ ਹੈ। ਇੱਕ ਵਿਭਚਾਰੀ ਆਪਣੀਆਂ ਬੁਰੀਆਂ ਆਦਤਾਂ ਨਾਲ ਸੰਘਰਸ਼ ਕਰ ਸਕਦਾ ਹੈ, ਵਿਰੋਧਤਾ ਕਰ ਸਕਦਾ ਹੈ, ਪਰ ਇਸਤਰੀਆਂ ਨਾਲ ਕਦੇ ਵੀ ਪਵਿੱਤਰ, ਬੇਦਾਗ, ਕੁਦਰਤੀ ਭੈਣ ਭਰਾਵਾਂ ਵਾਲਾ ਰਿਸ਼ਤਾ ਅਨੁਭਵ ਨਹੀਂ ਕਰ ਸਕਦਾ। ਇੱਕ ਲੁੱਚੇ ਵਿਭਚਾਰੀ ਆਦਮੀ ਨੂੰ ਕਿਸੇ ਮੁਟਿਆਰ ਕੁੜੀ ਵੱਲ ਉਹਦੀ ਝਾਕਣੀ ਤੋਂ ਪਛਾਣਿਆ ਜਾ ਸਕਦਾ ਹੈ ਤੇ ਮੈਂ ਵੀ ਵਿਭਚਾਰੀ ਬਣ ਗਿਆ, ਵਿਭਚਾਰੀ ਰਿਹਾ ਤੇ ਇਸੇ ਚੀਜ਼ ਨੇ ਮੈਨੂੰ ਬਰਬਾਦ ਕਰ ਦਿੱਤਾ। ਅੰਗ 5ਵਾਂ। ਕੁਝ ਸਮੇਂ ਲਈ ਜ਼ਿੰਦਗੀ ਇਉਂ ਹੀ ਚੱਲਦੀ ਰਹੀ ਤੇ ਇਸ ਸਮੇਂ ਦੌਰਾਨ ਮੈਨੂੰ ਲੁੱਚਪੁਣੇ ਦੇ ਅਨੇਕਾਂ ਪੱਖਾਂ ਦਾ ਅਨੁਭਵ ਹੋਇਆ। ਹੇ ਪਰਮਾਤਮਾ, ਜਦ ਮੈਂ ਬਦਕਾਰੀਆਂ ਯਾਦ ਕਰਦਾ ਤਾਂ ਮੈਨੂੰ ਕਾਂਬਾ ਛਿੜ ਜਾਂਦਾ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਸਾਥੀ ਮੇਰੇ ਅਖੌਤੀ ਭੋਲੇਪਨ ਤੇ ਕਿਵੇਂ ਹੱਸਿਆ ਕਰਦੇ ਸੀ। ਮੈਨੂੰ ਉਹ ਸਾਥੀ ਚੰਗੀ ਤਰ੍ਹਾਂ ਯਾਦ ਹੈ ਜਿਨ੍ਹਾਂ 'ਚ ਸ਼ਾਮਲ ਸਨ ਭੋਲੀਆਂ ਸੂਰਤਾਂ ਵਾਲੇ ਮੁੱਚ ਫੁੱਟ ਨੌਜਵਾਨ ਫੌਜੀ ਅਫਸਰ, ਧਾਰਮਿਕ ਆਗੂ ਤੇ 30-30 ਸਾਲ ਦੇ ਉਹ ਬਦਮਾਸ਼ ਜਿਨ੍ਹਾਂ ਨੇ ਇਸਤਰੀਆਂ ਨਾਲ ਸੈਂਕੜੇ ਗੁਨਾਹ ਕੀਤੇ ਸੀ। ਤੇ ਮੈਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਹੈ ਕਿਵੇਂ ਅਸੀਂ 30 ਸਾਲੇ ਮੁਸ਼ਟੰਡੇ ਦਾੜੀ ਮੁੱਛਾਂ ਦੀ ਘੋਟਵੀਂ ਹਜਾਮਤ ਕਰਕੇ, ਬੇਦਾਗ ਕੋਟ ਪੈਂਟਾਂ, ਲਿਸ਼ਕਦੀਆਂ ਵਰਦੀਆਂ ਪਾ ਕੇ, ਸੱਜ ਸਵਰ ਕੇ ਨਾਚ ਘਰਾਂ 'ਚ ਜਾਂਦੇ, ਆਪਣੇ ਆਪ ਨੂੰ ਯੂਸਫ ਸਮਝਦੇ ਹੋਏ ਇੰਜ ਮਟਕ ਮਟਕ ਤੁਰਦੇ, ਬਸ ਜਿਵੇਂ ਅਸੀਂ ਪਵਿੱਤਰਤਾ ਦੀਆਂ ਮੂਰਤਾਂ ਹੋਈਏ। ਤੇ 1 ਮਿੰਟ ਲਈ ਜ਼ਰਾ ਸੋਚੋ ਕਿ ਹੋ ਕੀ ਰਿਹਾ, ਅਸਲ 'ਚ ਹੋਣਾ ਕੀ ਚਾਹੀਦਾ ਹੈ। ਜਦ ਅਜਿਹਾ ਕੋਈ ਮੁਸ਼ਟੰਡਾ ਮੇਰੀ ਧੀ ਭੈਣ ਨੂੰ ਮਿਲਣ ਆਉਂਦਾ ਹੈ ਤਾਂ ਮੇਰੇ ਵਰਗੇ ਬੰਦੇ ਨੂੰ, ਜਿਹਨੂੰ ਉਹਦੇ ਜੀਵਨ ਬਾਰੇ ਪਤਾ ਹੈ, ਉਹਨੂੰ ਇੱਕ ਪਾਸੇ ਲਿਜਾ ਕੇ ਕਹਿਣਾ ਚਾਹੀਦਾ, ਪਿਆਰੇ ਦੋਸਤ ਸੁਣ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਮੈਂ ਇਹ ਵੀ ਜਾਣਦਾ ਕਿ ਤੂੰ ਆਪਣੀਆਂ ਰਾਤਾਂ ਕਿੱਥੇ ਤੇ ਕਿਸ ਨਾਲ ਬਿਤਾਉਣਾ ਹੈ। ਇਹ ਥਾਂ ਤੇਰੇ ਵਰਗੇ ਲੋਕਾਂ ਵਾਸਤੇ ਨਹੀਂ ਹੈ। ਇੱਥੇ ਪਵਿੱਤਰ ਤੇ ਮਾਸੂਮ ਕੁੜੀਆਂ ਰਹਿੰਦੀਆਂ ਹਨ, ਇਸ ਲਈ ਮਿਹਰਬਾਨੀ ਕਰਕੇ ਇੱਥੋਂ ਚਲਾ ਜਾ। ਚਾਹੀਦਾ ਤਾਂ ਇਹ ਹੈ, ਪਰ ਇਹਦੇ ਉਲਟ ਹੋ ਕੀ ਰਿਹਾ। ਜਦ ਅਜਿਹਾ ਕੋਈ ਮੁਸ਼ਟੰਡਾ ਮੇਰੇ ਘਰ ਆ ਕੇ ਮੇਰੀ ਧੀ ਭੈਣ ਦੇ ਲੱਕ ਦੁਆਲੇ ਬਾਂਹ ਪਾ ਕੇ ਨੱਚਣ ਲੱਗ ਪੈਂਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਜੇ ਉਹ ਚੰਗੇ ਵਸੀਲਿਆਂ ਤੇ ਸਬੰਧਾਂ ਵਾਲਾ ਹੋਵੇ ਤਾਂ ਅਸੀਂ ਸੋਚਦੇ ਹਾਂ ਸ਼ਾਇਦ ਉਹ ਮੇਰੀ ਧੀ ਨਾਲ 5 ਤਾਰਾ ਹੋਟਲ 'ਚ ਰਾਤ ਕੱਟਣ ਪਿੱਛੋਂ ਉਹਨੂੰ ਆਪਣੇ ਧਿਆਨ ਦਾ ਕੇਂਦਰ ਬਣਾਉਣ ਦੀ ਹੀ ਕਿਰਪਾ ਕਰ ਦੇ। ਉਹਦੇ ਦਾਗੀ ਜਾਂ ਮਰੀਜ਼ ਹੋਣ ਦਾ ਵੀ ਸਾਨੂੰ ਕੋਈ ਵਹਿਮ ਨਹੀਂ। ਅੱਜ ਕੱਲ੍ਹ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਮੈਂ ਕਈ ਚੰਗੇ ਖਾਨਦਾਨਾਂ ਦੀਆਂ ਕੁੜੀਆਂ ਨੂੰ ਜਾਣਦਾ ਜਿਨ੍ਹਾਂ ਦੇ ਮਾਪਿਆਂ ਨੇ ਜਾਣਦੇ ਬੁੱਝਦੇ ਹੋਏ ਬੜੇ ਚਾਵਾਂ ਖੁਸ਼ੀਆਂ ਨਾਲ ਉਹਨਾਂ ਦਾ ਵਿਆਹ ਆਤਸ਼ਿਕ ਦੇ ਰੋਗੀਆਂ ਨਾਲ ਕਰ ਦਿੱਤਾ। ਕਿੰਨੀ ਨੀਚ, ਕਿੰਨੀ ਘਿਰਨਤ ਦਸ਼ਾ ਹੈ। ਪਰ ਇੱਕ ਦਿਨ ਉਹ ਸਮਾਂ ਜ਼ਰੂਰ ਆਏਗਾ ਜਦ ਅਜਿਹੀ ਨੀਚਤਾ ਤੇ ਧੋਖੇਬਾਜ਼ੀ ਦਾ ਪਰਦਾਫਾਸ਼ ਕੀਤਾ ਜਾਏਗਾ। ਉਹ ਕਈ ਵਾਰ ਹੌਕੇ ਵਰਗੀ ਅਜੀਬ ਆਵਾਜ਼ ਪੈਦਾ ਕਰਕੇ ਚਾਹ ਪੀਣ ਲੱਗ ਪਿਆ। ਚਾਹ 'ਚ ਲੋੜੋਂ ਵੱਧ ਪੱਤੀ ਪਾਈ ਸੀ। ਉਹਦੀ ਤੇਜ਼ੀ ਨੂੰ ਘੱਟ ਕਰਨ ਵਾਸਤੇ ਉਸ ਕੋਲ ਹੋਰ ਗਰਮ ਪਾਣੀ ਨਹੀਂ ਸੀ। 2 ਗਲਾਸ ਪਾਣੀ, 2 ਗਲਾਸ ਪੀਣ ਪਿੱਛੋਂ ਮੈਂ ਖੁਦ ਚਾਹ ਦੀ ਤੇਜ਼ੀ ਦਾ ਅਸਰ ਮਹਿਸੂਸ ਕਰ ਰਿਹਾ ਸੀ। ਉਹ ਵੀ ਜ਼ਰੂਰ ਕਰ ਰਿਹਾ ਹੋਵੇਗਾ ਕਿਉਂਕਿ ਉਹਦੀ ਭਾਵੁਕਤਾ ਵੱਧਦੀ ਜਾ ਰਹੀ ਸੀ। ਉਹਦੀ ਆਵਾਜ਼ ਸਪਸ਼ਟ, ਭਾਵਪੂਰਤ ਤੇ ਸੰਗੀਤਮਈ ਹੋ ਰਹੀ ਸੀ। ਉਹਨੂੰ ਟਿਕ ਕੇ ਬੈਠਣਾ ਮੁਸ਼ਕਿਲ ਹੋ ਰਿਹਾ ਸੀ। ਉਹ ਕਦੇ ਖੜਾ ਹੋ ਜਾਂਦਾ, ਕਦੇ ਬੈਠ ਜਾਂਦਾ, ਕਦੀ ਟੋਪੀ ਉਤਾਰ ਲੈਂਦਾ, ਕਦੀ ਮੁੜ ਸਿਰ ਤੇ ਰੱਖ ਲੈਂਦਾ। ਕੁਸਮੁਸੇ ਚਾਨਣ ਵਿੱਚ ਜਿਸ 'ਚ ਅਸੀਂ ਬੈਠੇ ਸੀ, ਅਜੀਬ ਅਜੀਬ ਹਾਵ ਭਾਵ ਉਹਦੇ ਚਿਹਰੇ ਤੇ ਪ੍ਰਗਟ ਹੁੰਦੇ ਦਿਖਾਈ ਦੇ ਰਹੇ ਸਨ। ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਿਆਂ ਮੈਂ ਆਪਣੀ ਉਮਰ ਦੇ 30 ਸਾਲ ਬਰਬਾਦ ਕਰ ਲਏ। ਪਰ ਵਿਆਹ ਕਰਵਾ ਕੇ ਅਤੀ ਪਵਿੱਤਰ ਤੇ ਸੱਚਾ ਸੁੱਚਾ ਜੀਵਨ ਜਿਉਣ ਦੀ ਇੱਛਾ ਮੈਂ ਇੱਕ ਪਲ ਵੀ ਅੱਖੋਂ ਓਹਲੇ ਨਹੀਂ ਸੀ ਕੀਤੀ। ਮੈਨੂੰ ਹਮੇਸ਼ਾ ਕਿਸੇ ਯੋਗ ਕੁੜੀ ਦੀ ਤਲਾਸ਼ ਰਹਿੰਦੀ। ਜਿਨ੍ਹਾਂ ਦਿਨਾਂ 'ਚ ਮੈਂ ਬਦਫੈਲੀਆਂ ਦੇ ਚਿੱਕੜ 'ਚ ਲਿਟ ਰਿਹਾ ਸੀ, ਉਹਨਾਂ ਦਿਨਾਂ 'ਚ ਮੈਂ ਕਿਸੇ ਅਜਿਹੀ ਕੁੜੀ ਦੀ ਭਾਲ ਕਰਦਾ ਰਹਿੰਦਾ ਸੀ ਜਿਹੜੀ ਆਪਣੀ ਪਵਿੱਤਰਤਾ ਕਾਰਨ ਮੇਰੀ ਪਤਨੀ ਬਣਨ ਦੇ ਯੋਗ ਹੋਵੇ। ਅਨੇਕਾਂ ਕੁੜੀਆਂ ਦੇਖੀਆਂ ਪਰ ਕੋਈ ਕੁੜੀ ਮੇਰੇ ਆਦਰਸ਼ਾਂ ਤੇ ਪੂਰੀ ਨਹੀਂ ਸੀ ਉਤਰਦੀ। ਕਈ ਮੇਰੇ ਨੇੜੇ ਵੀ ਆਈਆਂ ਪਰ ਜਦੋਂ ਕਾਫੀ ਪਵਿੱਤਰ ਨਾ ਜਾਪੀਆਂ ਸਭ ਠੁਕਰਾ ਦਿੱਤੀਆਂ। ਅਖੀਰ ਮੈਨੂੰ ਮੇਰੀ ਮਨ ਮਰਜ਼ੀ ਦੀ ਕੁੜੀ ਲੱਭ ਹੀ ਗਈ। ਉਹ ਪੈਂਜਾ ਦੇ ਜਗੀਰਦਾਰ ਦੀਆਂ 2 ਧੀਆਂ 'ਚੋਂ ਇੱਕ ਸੀ। ਉਹਦਾ ਪਿਤਾ ਕਿਸੇ ਵੇਲੇ ਬਹੁਤ ਅਮੀਰ ਹੁੰਦਾ ਸੀ ਪਰ ਹੁਣ ਉਹ ਇੰਨਾ ਅਮੀਰ ਨਹੀਂ ਸੀ ਰਿਹਾ। ਇੱਕ ਦਿਨ ਅਸੀਂ ਕਿਸ਼ਤੀ ਦੀ ਸੈਰ ਕਰਨ ਪਿੱਛੋਂ ਹਨੇਰੇ ਹੋਏ ਵਾਪਸ ਆ ਰਹੇ ਸੀ। ਚਾਨਣੀ ਰਾਤ ਸੀ। ਉਹ ਮੇਰੇ ਨਾਲ ਬੱਗੀ 'ਚ ਬੈਠੀ ਸੀ। ਘੁੱਟਵੀਂ ਉੱਨੀ ਜਰਸੀ 'ਚੋਂ ਬਹੁਤ ਹੀ ਆਕਰਸ਼ਕ ਦਿਖਾਈ ਦੇ ਰਹੀ ਸੀ। ਮੈਂ ਉਹਦੇ ਘੁੰਘਰਾਲੇ ਵਾਲਾਂ ਨੂੰ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੇਰੇ ਦਿਲ ਨੇ ਆਖਿਆ, ਇਹ ਕੁੜੀ ਹੈ ਜਿਹਦੀ ਤੈਨੂੰ ਤਲਾਸ਼ ਹੈ। ਮਹਿਸੂਸ ਹੋਇਆ ਜਿਵੇਂ ਉਸ ਕੁੜੀ ਨੇ ਮੇਰੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝ ਲਿਆ ਹੋਵੇ।
ਜਾਪਿਆ ਸਾਡੇ ਦਿਲ ਇੱਕ ਦੂਜੇ 'ਚ ਸਮਾ ਜਾਣ ਲਈ ਉਤਾਵਲੇ ਸਨ, ਪਰ ਅਸਲ 'ਚ ਘੁੱਟਵੀਂ ਜਰਸੀ ਤੇ ਘੁੰਗਰਾਲੇ ਵਾਲ ਉਹਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਸਨ ਤੇ ਸਾਰਾ ਦਿਨ ਉਹਦੀ ਨੇੜਤਾ ਵਿੱਚ ਰਹਿਣ ਪਿੱਛੋਂ ਮੈਂ ਹੋਰ ਵੀ ਉਹਦੇ ਨੇੜੇ ਹੋਣਾ ਚਾਹੁੰਦਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ, ਇਹ ਭੁਲੇਖਾ ਵੀ ਕਿੰਨਾ ਸੰਪੂਰਨ ਹੋ ਸਕਦਾ ਹੈ ਕਿ ਸੁੰਦਰਤਾ ਨੇਕੀ ਹੈ। ਇੱਕ ਸੁੰਦਰ ਇਸਤਰੀ ਭਾਵੇਂ ਬਕਵਾਸ ਕਰੀ ਜਾਵੇ, ਉਹਦੀ ਬਕਵਾਸ ਵੀ ਸਾਨੂੰ ਸਿਆਣਪ ਭਰੀ ਜਾਪਦੀ ਹੈ। ਉਹਦੀਆਂ ਕਮੀਨੀਆਂ ਕੋਝੀਆਂ ਆਦਤਾਂ ਵੀ ਸਾਨੂੰ ਸੋਹਣੀਆਂ ਲੱਗਦੀਆਂ। ਰੱਬ ਸਬੱਬੀ ਜੇਕਰ ਉਹ ਬਕਵਾਸ ਤੇ ਨੀਚ ਗੱਲਾਂ ਕਰਨ ਦੀ ਬਜਾਏ ਸੋਹਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਏ ਤਾਂ ਸਾਨੂੰ ਉਸ ਵੇਲੇ ਵਿਸ਼ਵਾਸ ਹੋ ਜਾਏਗਾ ਕਿ ਉਹ ਨੇਕੀ ਤੇ ਸਿਆਣਪ ਦੀ ਅਵਤਾਰ ਹੈ। ਮੈਂ ਖੁਸ਼ੀ 'ਚ ਖੀਵਾ ਹੋਇਆ ਘਰ ਪਰਤਿਆ। ਮੈਨੂੰ ਇਸ ਗੱਲ ਦਾ ਯਕੀਨ ਹੋ ਚੁੱਕਿਆ ਸੀ ਕਿ ਪਵਿੱਤਰਤਾ ਦੀ ਦੇਵੀ ਉਹ ਕੁੜੀ ਇਖਲਾਕੀ ਸੰਪੂਰਨਤਾ ਦੀ ਸਿਖਰ ਹੈ, ਇਸ ਲਈ ਮੇਰੀ ਪਤਨੀ ਬਣਨ ਦੇ ਯੋਗ ਹੈ। ਅਗਲੇ ਹੀ ਦਿਨ ਮੈਂ ਉਸ ਅੱਗੇ ਵਿਆਹ ਦੀ ਤਜਵੀਜ਼ ਪੇਸ਼ ਕਰ ਦਿੱਤੀ। ਪਰ ਇਸ ਸਾਰੀ ਦਗਾਬਾਜ਼ੀ ਉੱਤੇ ਜ਼ਰਾ ਗੌਰ ਕਰੋ। ਵਿਆਹ ਕਰਾਉਣ ਵਾਲੇ 1000 ਆਦਮੀਆਂ 'ਚੋਂ ਮਸਾਂ ਹੀ ਕੋਈ ਅਜਿਹਾ ਆਦਮੀ ਲੱਭੇਗਾ ਜਿਹਨੇ ਘੱਟੋ ਘੱਟ 10 ਤੀਵੀਆਂ ਨਾਲ ਖੇਡ ਨਾ ਖਾਧੀ ਹੋਵੇ। ਹੋ ਸਕਦਾ ਹੈ ਡੌਨ ਜੁਆਨ ਵਾਂਗ ਉਹ ਜਿਹਾ ਲੁੱਚਪਣਾ 100 ਜਾਂ 1000 ਵਾਰ ਕਰ ਚੁੱਕੇ ਹੋਣ। ਪਰ ਇਹ ਵੀ ਸੱਚ ਹੈ ਕਿ ਮੈਂ ਸੁਣਿਆ ਦੇਖਿਆ ਕਿ ਅੱਜ ਕੱਲ੍ਹ ਅਜਿਹੇ ਪਵਿੱਤਰ ਆਦਮੀ ਵੀ ਹਨ ਜਿਹੜੇ ਜਾਣਦੇ ਹਨ ਤੇ ਅਨੁਭਵ ਕਰਦੇ ਹਨ ਕਿ ਵਿਆਹ ਕੋਈ ਮਾਮੂਲੀ ਗੱਲ ਨਹੀਂ, ਇੱਕ ਗੰਭੀਰ ਤੇ ਜ਼ਿੰਮੇਵਾਰੀ ਵਾਲਾ ਕੰਮ ਹੈ। ਰੱਬ ਉਹਨਾਂ ਉੱਤੇ ਮਿਹਰ ਕਰੇ, ਪਰ ਅੱਜ ਕੱਲ੍ਹ ਹਜ਼ਾਰਾਂ ਵਿੱਚੋਂ ਇੱਕ ਆਦਮੀ ਵੀ ਅਜਿਹਾ ਨਹੀਂ ਲੱਭਦਾ। ਹਰ ਕੋਈ ਇਸ ਗੱਲ ਨੂੰ ਜਾਣਦਾ ਬੁੱਝਦਾ ਹੋਇਆ ਨਾ ਜਾਣਨ ਦਾ ਢੋਂਗ ਕਰਦਾ ਹੈ। ਆਮ ਤੌਰ ਤੇ ਸਾਰੇ ਨਾਵਲਾਂ 'ਚ ਨਾਇਕ ਦੀਆਂ ਭਾਵਨਾਵਾਂ ਦਾ ਵਰਣਨ ਹੁੰਦਾ ਹੈ। ਉਹਨਾਂ ਤਲਾਬਾਂ ਦਾ ਵਰਣਨ ਹੁੰਦਾ ਹੈ ਜਿਨ੍ਹਾਂ ਦੇ ਕੰਢਿਆਂ ਉੱਪਰ ਨਾਇਕ ਨੇ ਸੈਰਾਂ ਕੀਤੀਆਂ ਹੁੰਦੀਆਂ। ਪਰ ਜਦ ਉਸ ਖੂਬਸੂਰਤ ਨਾਇਕ ਦੇ ਦਿਲ 'ਚ ਪੈਦਾ ਹੋਏ ਸੁੰਦਰ ਮੁਟਿਆਰ ਦੇ ਮਹਾਨ ਪਿਆਰ ਦਾ ਵਰਣਨ ਕੀਤਾ ਜਾਂਦਾ ਤਾਂ ਕਿਸੇ ਵੀ ਨਾਵਲ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੁੰਦਾ ਕਿ ਨਾਇਕ ਨੇ ਆਪਣਾ ਪਹਿਲਾ ਜੀਵਨ ਕਿਵੇਂ ਬਿਤਾਇਆ ਸੀ। ਉਹ ਕਿਹੜੇ ਵੇਸਵਾ ਘਰਾਂ 'ਚ ਜਾਂਦਾ ਰਿਹਾ ਸੀ, ਘਰ 'ਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਨਾਲ ਕਿਹੋ ਜਿਹੀ ਸੁਆਹ ਉਡਾਉਂਦਾ ਰਿਹਾ ਸੀ ਤੇ ਦੂਜੇ ਆਦਮੀਆਂ ਦੀਆਂ ਕਿੰਨੀਆਂ ਕੁ ਪਤਨੀਆਂ ਨਾਲ ਉਹਨੇ ਖੇਹ ਖਾਧੀ ਸੀ। ਜੇ ਕਿਸੇ ਨਾਵਲ 'ਚ ਅਜਿਹੀਆਂ ਗੱਲਾਂ ਲਿਖੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਅਸ਼ਲੀਲ ਆਖ ਕੇ ਉਹਨਾਂ ਭੋਲੀਆਂ ਭਾਲੀਆਂ ਕੁੜੀਆਂ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਨੂੰ ਇਸ ਵਿਚਲੀਆਂ ਗੱਲਾਂ ਜਾਣਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਹਿਲਾਂ ਤਾਂ ਕੁੜੀਆਂ ਦੇ ਮਾਪੇ ਤੇ ਉਹਨਾਂ ਦੇ ਵਡੇਰੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹੈ ਕਿ ਸ਼ਹਿਰਾਂ ਤੇ ਪਿੰਡਾਂ ਦਾ ਅੱਧਿਓਂ ਬਹੁਤਾ ਜੀਵਨ ਵਿਭਚਾਰ ਗ੍ਰਸਤ ਹੈ, ਮਗਰ ਉਹ ਖੁਦ ਹੀ ਇਸ ਫਰੇਬ ਦੇ ਇੰਨੇ ਆਦੀ ਹੋ ਜਾਂਦੇ ਹੈ, ਉਹ ਆਪਣੇ ਆਪ ਹੀ ਅੰਗਰੇਜ਼ਾਂ ਵਾਂਗ ਇਸ ਗੱਲ ਉੱਤੇ ਸੱਚੇ ਦਿਲੋਂ ਵਿਸ਼ਵਾਸ ਕਰਨ ਲੱਗ ਪੈਂਦੇ ਹੈ ਕਿ ਉਹਨਾਂ ਦੀ ਕੌਮ ਹੀ ਉਚੇਰੇ ਇਖਲਾਕੀ ਗੁਣਾਂ ਦੀ ਮਾਲਕ ਹੈ ਤੇ ਉਚੇਰੇ ਪੱਧਰ ਦੀ ਇਖਲਾਕੀ ਦੁਨੀਆ 'ਚ ਰਹਿਣ ਵਾਲੇ ਸਿਰਫ ਉਹੀ ਲੋਕ ਹਨ। ਵਿਚਾਰੀਆਂ ਮੁਟਿਆਰ ਕੁੜੀਆਂ ਸੱਚੇ ਦਿਲੋਂ ਗੰਭੀਰਤਾ ਨਾਲ ਇਸ ਫਰੇਬ ਵਿੱਚ ਵਿਸ਼ਵਾਸ ਕਰਨ ਲੱਗ ਜਾਂਦੀਆਂ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੰਗਣੀ ਦੇ ਦਿਨਾਂ 'ਚ ਮੈਂ ਆਪਣੀ ਡਾਇਰੀ ਉਹਨੂੰ ਪੜ੍ਹਨ ਵਾਸਤੇ ਦਿੱਤੀ ਕਿਉਂਕਿ ਮੈਂ ਚਾਹੁੰਦਾ ਸੀ ਉਹ ਇਸ ਵਿੱਚੋਂ ਮੇਰੇ ਅਤੀਤ ਦੀ ਤਸਵੀਰ ਦੇਖ ਸਕੇ, ਘੱਟੋ ਘੱਟ ਮੇਰੀਆਂ ਸੱਜਰੀਆਂ ਕਰਤੂਤਾਂ ਤੋਂ ਜਾਣੂ ਹੋ ਸਕੇ। ਹੋਰ ਲੋਕ ਵੀ ਤਾਂ ਮੇਰੇ ਬਾਰੇ ਉਹਨੂੰ ਦੱਸ ਹੀ ਦਿੰਦੇ, ਇਸ ਲਈ ਮੈਂ ਆਪਣੇ ਆਪ ਹੀ ਸਭ ਕੁਝ ਦੱਸਣ ਲਈ ਬਿਹਤਰੀ ਸਮਝੀ। ਮੈਨੂੰ ਯਾਦ ਹੈ ਜਦ ਉਹਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗਿਆ ਤਾਂ ਭੈਭੀਤ ਹੋ ਗਈ, ਉਹ ਨਿਰਾਸ਼ ਹੋ ਗਈ ਤੇ ਦੁਬਿਧਾ 'ਚ ਫਸ ਗਈ। ਮੈਨੂੰ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਇੱਕਦਮ ਮੇਰੇ ਨਾਲ ਉਹ ਸੰਬੰਧ ਤੋੜ ਲਏਗੀ, ਪਰ ਕਾਸ਼ ਜੇਕਰ ਉਹ ਅਜਿਹਾ ਕਰ ਦਿੰਦੀ। ਉਹਨੇ ਫਿਰ ਲੰਬਾ ਹੌਕਾ ਲਿਆ, ਚਾਹ ਦਾ ਗਲਾਸ ਭਰਿਆ ਤੇ ਚੁੱਪਚਾਪ ਆਪਣੇ ਅੰਦਰ ਸੁੱਟ ਲਿਆ। ਧੰਨਵਾਦ।